Section A, question number 1. Choose the correct options in the following questions. हाँ जी. Number 1 is function f from R to R, f of x is equal to 3x minus 5 is. हाँ जी. ਸਾਡੇ ਕੋਲ ਜੋ ਹੈ ਫਸਟ ਜਿਹੜਾ ਕੁਐਸਚਨ ਹੈ ਇਹਦੇ ਵਿੱਚ ਇਹਨਾਂ ਨੇ ਫੰਕਸ਼ਨ ਡਿਫਾਈਨ ਕੀਤਾ ਹੈ ਰੀਅਲ ਨੰਬਰ ਟੂ ਰੀਅਲ ਨੰਬਰ ਤੇ ਜੋ ਫੰਕਸ਼ਨ f of x ਹੈ ਉਹ ਹੈ 3x minus 5. ਸਾਨੂੰ ਇਹ ਦੱਸਣਾ ਹੈ ਵੀ ਇਹ ਫੰਕਸ਼ਨ 1 ਹੈ ਜਾਂ ਔਨ ਟੂ ਹੈ ਜਾਂ ਦੋਵੇਂ ਹੈ 1 ਤੇ ਔਨ ਟੂ ਤੇ ਜੋ ਡੀ ਆਪਸ਼ਨ ਹੈ ਉਹ ਹੈ ਨਨ ਆਫ ਥੀਸ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਹੈ. ਦੇਖੋ ਸਾਡੇ ਕੋਲ ਜੋ f of x ਹੈ ਇਹ ਹੈ 3x minus 5 ਤੇ ਫੰਕਸ਼ਨ ਦੀ ਜੋ ਡੋਮੇਨ ਹੈ ਉਹ ਹੈ ਰੀਅਲ ਨੰਬਰ ਤੇ ਜੋ ਕੋਡੋਮੇਨ ਹੈ ਉਹ ਵੀ ਜੋ ਹੈ ਰੀਅਲ ਨੰਬਰ ਹੈ. ਠੀਕ ਹੈ. ਹਾਂਜੀ, ਇਸ ਨੂੰ ਅਸੀਂ ਡੋਮੇਨ ਕਹਿੰਦੇ ਹਾਂ ਤੇ ਇਹ ਜੋ ਅਗਲੇ ਵਾਲਾ ਆਰ ਹੈ ਉਹ ਜੋ ਹੈ ਕੋਡੋਮੇਨ ਹੈ. ਠੀਕ ਹੈ. ਹਾਂਜੀ, ਪਹਿਲੇ ਵਾਲਾ ਜਿਹੜਾ ਆਰ ਹੈ ਉਹ ਡੋਮੇਨ ਦਾ ਰੀਅਲ ਨੰਬਰਸ ਹੈ. ਠੀਕ ਹੈ, ਡੋਮੇਨ ਦੇ ਰੀਅਲ ਨੰਬਰਸ. ਹਾਂਜੀ, ਤਾਂ ਹੁਣ ਅਸੀਂ ਚੈੱਕ ਕਰਦੇ ਹਾਂ ਵੀ ਇਹ ਜੋ ਫੰਕਸ਼ਨ f of x ਇਕੁਅਲ ਟੂ 3x ਮਾਈਨਸ 5 ਹੈ ਇਹ ਫੰਕਸ਼ਨ 1 ਤੇ ਔਨ ਟੂ ਦੀ ਜੋ ਕੰਡੀਸ਼ਨਸ ਨੇ ਕਿ ਉਹਨਾਂ ਨੂੰ ਇਹ ਸੈਟੀਸਫਾਈ ਕਰ ਰਿਹਾ ਹੈ. ਚਲੋ ਆਓ ਇਸ ਨੂੰ ਜੋ ਹੈ ਚੈੱਕ ਕਰਕੇ ਵੇਖਦੇ ਹਾਂ. ਫੰਕਸ਼ਨ ਹੈ ਜੀ ਸਾਡੇ ਕੋਲ f of x 3x ਮਾਈਨਸ 5. ਹਾਂਜੀ, ਇੱਥੇ ਇਹ ਜੋ ਪਹਿਲੇ ਵਾਲਾ ਗੋਲਾ ਹੈ ਹਾਂਜੀ ਇਸ ਨੂੰ ਜੋ ਹੈ ਰੀਅਲ ਨੰਬਰ ਜੋ ਹੈ ਅਸੀਂ ਡੋਮੇਨ ਦੇ ਜੋ ਹੈ ਮੰਨ ਲੈਂਦੇ ਹਾਂ ਤੇ ਅਗਲੇ ਵਾਲਾ ਜੋ ਇਹ ਗੋਲਾ ਮੈਂ ਲਾਇਆ ਹੈ ਇਹ ਜੋ ਹੈ ਕੋਡੋਮੇਨ ਹੈ ਤੇ ਇਹਦੇ ਵਿੱਚ ਵੀ ਜੋ ਹੈ ਰੀਅਲ ਨੰਬਰਸ ਨੇ. ਠੀਕ ਹੈ. ਫੰਕਸ਼ਨ ਜੋ ਹੈ ਉਹ f ਜੋ ਹੈ ਉਹ ਰੀਅਲ ਨੰਬਰ ਟੂ ਰੀਅਲ ਨੰਬਰ ਹੈ ਵੀ ਡੋਮੇਨ ਵੀ ਜੋ ਹੈ ਉਹ ਰੀਅਲ ਨੰਬਰ ਦੀ ਹੈ ਤੇ ਕੋਡੋਮੇਨ ਵੀ ਜੋ ਹੈ ਉਹ ਵੀ ਜੋ ਹੈ ਰੀਅਲ ਨੰਬਰਸ ਦੀ ਹੈ. ਹਾਂਜੀ, ਪਹਿਲਾਂ ਅਸੀਂ ਗੱਲ ਕਰਾਂਗੇ ਵੀ ਜੋ 1 ਫੰਕਸ਼ਨ ਹੈ ਉਹਦੇ ਵਾਸਤੇ ਸਾਨੂੰ ਕੀ ਪ੍ਰੂਵ ਕਰਨਾ ਪੈਂਦਾ ਹੈ. ਦੇਖੋ ਅਸੀਂ ਨਾ f of x ਇਕੁਅਲ ਟੂ f of y ਇਹ ਜੋ ਹੈ ਲੈ ਕੇ ਚੱਲਾਂਗੇ ਤੇ x ਇਕੁਅਲ ਟੂ y ਇਹ ਜੋ ਹੈ ਅਸੀਂ ਪ੍ਰੂਵ ਕਰਨਾ ਹੁੰਦਾ ਹੈ 1 ਫੰਕਸ਼ਨ ਵਾਸਤੇ. ਹੁਣ f of x ਤੇ f of y ਤੋਂ ਕੀ ਭਾਵ ਹੈ ਇਹਦੇ ਵਾਸਤੇ ਨਾ ਅਸੀਂ x, y ਇਹ ਜੋ ਹੈ ਦੋ ਐਲੀਮੈਂਟਸ ਜੋ ਡੋਮੇਨ ਹੈ ਇਹ ਵਾਲੀ ਠੀਕ ਹੈ ਰੀਅਲ ਨੰਬਰਸ ਵਾਲੀ ਜੋ ਡੋਮੇਨ ਹੈ ਇਸ ਦੇ ਵਿੱਚੋਂ ਜੋ ਹੈ ਅਸੀਂ ਮੰਨ ਕੇ ਚੱਲਾਂਗੇ ਵੀ x ਤੇ y ਜੋ ਹੈ ਉਹ ਡੋਮੇਨ ਦੇ ਰੀਅਲ ਨੰਬਰਸ ਦੇ ਵਿੱਚੋਂ ਕੋਈ ਦੋ ਐਲੀਮੈਂਟਸ ਨੇ. ਹਾਂਜੀ, ਇੱਥੇ ਤੱਕ ਕਲੀਅਰ ਹੈ. ਦੇਖੋ f of x ਇਕੁਅਲ ਟੂ f of y ਇਹ ਜੋ ਹੈ ਅਸੀਂ ਸਟਾਰਟਿੰਗ ਦੇ ਵਿੱਚ ਮੰਨ ਕੇ ਚੱਲਾਂਗੇ ਤੇ ਸਾਨੂੰ x ਇਕੁਅਲ ਟੂ y ਜੋ ਹੈ ਪ੍ਰੂਵ ਕਰਨਾ ਹੈ. ਜੇਕਰ ਇਹ ਜੋ ਹੈ ਪ੍ਰੂਵ ਹੋ ਜਾਂਦਾ ਹੈ ਇਟ ਮੀਨਸ ਜੋ f of x 3x ਮਾਈਨਸ 5 ਹੈ ਉਹ ਜੋ ਹੈ 1 ਫੰਕਸ਼ਨ ਪ੍ਰੂਵ ਹੋ ਜਾਏਗਾ. ਠੀਕ ਹੈ. ਹਾਂਜੀ, ਤਾਂ x ਤੇ y ਅਸੀਂ ਜੋ ਹੈ ਰੀਅਲ ਨੰਬਰ ਜੋ ਡੋਮੇਨ ਦੇ ਨੇ ਉਹਨਾਂ ਦੇ ਵਿੱਚੋਂ ਦੋ ਐਲੀਮੈਂਟ ਮੰਨ ਲਏ ਨੇ. ਹਾਂਜੀ, f of x ਵਾਸਤੇ ਜੋ ਫੰਕਸ਼ਨ ਹੈ ਉਹ 3x ਮਾਈਨਸ 5 ਹੈ ਤੇ ਇੱਦਾਂ ਹੀ f of y ਵਾਸਤੇ ਅਸੀਂ ਕੀ ਕਰਾਂਗੇ x ਦੀ ਥਾਂ ਤੇ y ਰੱਖ ਦਾਂਗੇ 3y ਮਾਈਨਸ 5. ਹਾਂਜੀ, f of x ਹੋ ਗਿਆ 3x ਮਾਈਨਸ 5, f of y ਹੋ ਗਿਆ 3y ਮਾਈਨਸ 5. ਇਸ ਨੂੰ ਨੋਟ ਡਾਊਨ ਕਰ ਲਓ ਫਿਰ ਮੈਂ ਇਰੇਸ ਕਰਨਾ ਹੈ. ਇਸ ਗੱਲ ਨੂੰ ਚੇਤੇ ਰੱਖਣਾ ਵੀ ਸਾਨੂੰ f of x ਇਕੁਅਲ ਟੂ f of y ਨੂੰ ਲੈ ਕੇ ਚੱਲਣਾ ਹੈ ਤੇ x ਇਕੁਅਲ ਟੂ y ਜੋ ਹੈ ਇਹ ਪ੍ਰੂਵ ਕਰ ਦੇਣਾ ਹੈ. ਅਗਰ ਇਹ ਅਸੀਂ ਪ੍ਰੂਵ ਕਰ ਦਿੰਦੇ ਹਾਂ ਵੀ x ਜੋ ਹੈ ਉਹ y ਦੇ ਬਰਾਬਰ ਹੈ ਤਾਂ ਫੰਕਸ਼ਨ 1 ਫੰਕਸ਼ਨ ਜੋ ਹੈ ਉਹ ਹੋ ਜਾਏਗਾ. ਠੀਕ ਹੈ. ਹਾਂਜੀ.
ਹੁਣ ਅਸੀਂ ਰੱਖਦੇ ਹਾਂ ਜੀ ਐਫ ਆਫ ਐਕਸ ਜੋ ਹੈ ਉਹ ਐਫ ਆਫ ਵਾਈ ਦੇ ਬਰਾਬਰ ਹੈ। ਇਸ ਦਾ ਮੀਨਿੰਗ ਕੀ ਹੋਇਆ ਵੀ ਜੇਕਰ ਜੋ ਹੈ ਐਫ ਆਫ ਐਕਸ ਐਫ ਆਫ ਵਾਈ ਦੇ ਬਰਾਬਰ ਹੈ ਤਾਂ ਦੇਖੋ ਹਾਂਜੀ ਫੰਕਸ਼ਨ ਸਾਡੇ ਕੋਲ ਹੈਗਾ ਸੀ 3x ਮਾਈਨਸ 5। ਹਾਂਜੀ ਐਫ ਆਫ ਐਕਸ ਦੀ ਥਾਂ 'ਤੇ ਅਸੀਂ ਰੱਖਾਂਗੇ 3x ਮਾਈਨਸ 5 ਅਤੇ ਐਫ ਆਫ ਵਾਈ ਦੀ ਥਾਂ 'ਤੇ ਅਸੀਂ ਰੱਖਾਂਗੇ 3y ਮਾਈਨਸ 5। ਹਾਂਜੀ ਇਹਦੇ ਵਿੱਚ ਦੇਖੋ ਜਿਹੜਾ ਇਹ -5 ਹੈ ਅਤੇ -5 ਹੈ ਇਹ ਦੋਵੇਂ ਪਾਸੇ ਜੋ ਹੈ ਆਪਸ ਦੇ ਵਿੱਚ ਕੈਂਸਲ ਆਊਟ ਹੋ ਜਾਏਗਾ। ਸਾਡੇ ਕੋਲ ਰਹਿ ਗਿਆ 3x ਇਕੁਅਲ ਟੂ 3y। ਹਾਂਜੀ 3 ਵੀ ਜੋ ਹੈ 3 ਦੇ ਨਾਲ ਕੈਂਸਲ ਆਊਟ ਹੋ ਜਾਏਗਾ ਅਤੇ x ਇਕੁਅਲ ਟੂ y। ਦੇਖੋ ਇਹੀ ਸਾਨੂੰ ਜੋ ਹੈ ਪ੍ਰੂਵ ਕਰਨਾ ਸੀ। ਅਸੀਂ ਐਫ ਆਫ ਐਕਸ ਇਕੁਅਲ ਟੂ ਐਫ ਆਫ ਵਾਈ ਲੈ ਕੇ ਚੱਲੇ ਸੀ ਅਤੇ x ਇਕੁਅਲ ਟੂ ਵਾਈ ਅਸੀਂ ਪ੍ਰੂਵ ਕਰ ਦਿੱਤਾ ਹੈ। ਇਸ ਤੋਂ ਬਾਅਦ ਜੋ ਹੈ ਅਸੀਂ ਇਹ ਕਹਿ ਸਕਦੇ ਹਾਂ ਵੀ ਜੋ ਫੰਕਸ਼ਨ ਹੈ ਠੀਕ ਹੈ ਫੰਕਸ਼ਨ ਫਰੋਮ ਰੀਅਲ ਨੰਬਰ ਟੂ ਰੀਅਲ ਨੰਬਰ ਇਹ ਜੋ ਹੈ 3 ਐਫ ਆਫ ਐਕਸ ਇਕੁਅਲ ਟੂ 3x ਮਾਈਨਸ 5 1 ਫੰਕਸ਼ਨ ਹੈ। ਇੱਕ ਪਾਰਟ ਜੋ ਹੈ ਅਸੀਂ ਪ੍ਰੂਵ ਕਰ ਦਿੱਤਾ ਹੈ ਵੀ ਫੰਕਸ਼ਨ ਜੋ ਹੈ ਐਫ ਆਫ ਐਕਸ ਇਕੁਅਲ ਟੂ 3x ਮਾਈਨਸ 5 1 ਫੰਕਸ਼ਨ ਤਾਂ ਹੈ। ਹੁਣ ਅਸੀਂ ਇਹ ਚੈੱਕ ਕਰਨਾ ਹੈ ਵੀ ਕੀ ਉਹ ਔਨ ਟੂ ਫੰਕਸ਼ਨ ਹੈ ਤਾਂ f ਜੋ ਹੈ ਉਹ 1 ਤਾਂ ਹੈ ਠੀਕ ਹੈ। f is 1 ਹਾਂਜੀ 1 ਫੰਕਸ਼ਨ ਤਾਂ f ਪ੍ਰੂਵ ਹੋ ਚੁੱਕਿਆ ਹੈ। ਹੁਣ ਅਸੀਂ ਔਨ ਟੂ ਫੰਕਸ਼ਨ ਜੋ ਹੈ ਦੇਖਣਾ ਹੈ ਠੀਕ ਹੈ। ਤਾਂ ਔਨ ਟੂ ਫੰਕਸ਼ਨ ਵਾਸਤੇ ਸਭ ਤੋਂ ਪਹਿਲਾਂ ਜ਼ਰਾ ਇਹ ਸਮਝੋ ਵੀ ਸਾਨੂੰ ਸਟਾਰਟਿੰਗ ਕਿਵੇਂ ਕਰਨੀ ਹੈ। ਦੇਖੋ ਐਫ ਆਫ ਐਕਸ ਸਾਨੂੰ ਦੇ ਰੱਖਿਆ ਹੈ 3x ਮਾਈਨਸ 5 ਅਤੇ ਜੋ ਫੰਕਸ਼ਨ ਡਿਫਾਈਨ ਕਰ ਰੱਖਿਆ ਹੈ ਉਹ ਹੈ ਰੀਅਲ ਨੰਬਰ ਟੂ ਰੀਅਲ ਨੰਬਰ ਵੀ ਜੋ ਡੋਮੇਨ ਹੈ ਉਹ ਵੀ ਜੋ ਹੈ ਰੀਅਲ ਨੰਬਰ ਹੈ ਅਤੇ ਜੋ ਕੋ ਡੋਮੇਨ ਹੈ ਉਹ ਵੀ ਜੋ ਹੈ ਰੀਅਲ ਨੰਬਰ ਹੈ। ਹੁਣ ਜ਼ਰਾ ਧਿਆਨ ਦੇ ਨਾਲ ਸਮਝਣਾ ਔਨ ਟੂ ਫੰਕਸ਼ਨ ਵਾਸਤੇ ਜੋ ਫਸਟ ਜੋ ਸਟੈਪ ਹੈ ਉਹ ਜੋ ਹੈ ਬੜੇ ਧਿਆਨ ਦੇ ਨਾਲ ਅਸੀਂ ਲਿਖਣਾ ਹੁੰਦਾ ਹੈ। ਅਸੀਂ ਲੈਟ ਕਰਾਂਗੇ ਮੰਨ ਕੇ ਚੱਲਾਂਗੇ ਵੀ ਕੋਈ ਇੱਕ ਜੋ ਹੈ ਐਲੀਮੈਂਟ ਹੈ y ਜਿਹੜਾ ਕਿ ਕੋ ਡੋਮੇਨ ਜੋ ਕਿ ਇੱਥੇ ਰੀਅਲ ਨੰਬਰ ਹੈ ਠੀਕ ਹੈ ਇਹਦੇ ਵਿੱਚੋਂ ਬਿਲੋਂਗ ਕਰਦਾ ਹੈ ਠੀਕ ਹੈ। ਮੈਂ ਇੱਥੇ ਨਾਲ ਲਿਖ ਦਿੰਦਾ ਕੋਡ ਆਰ ਦੇ ਰੀਅਲ ਨੰਬਰ ਦੇ ਵੀ ਇਹ ਜੋ ਆਰ ਹੈ ਇਹ ਕੋ ਡੋਮੇਨ ਦਾ ਹੈ। ਇੱਥੇ ਬੱਚਿਓ ਇੱਕ ਗੱਲ ਦਾ ਧਿਆਨ ਰੱਖਣਾ ਮੈਂ ਡੋਮੇਨ ਦੇ ਵਿੱਚੋਂ ਨਹੀਂ ਲੈ ਰਿਹਾ ਹਾਂ y ਨੂੰ ਠੀਕ ਹੈ ਮੈਂ ਕੋ ਡੋਮੇਨ ਦੇ ਵਿੱਚੋਂ ਲੈ ਰਿਹਾ ਹਾਂ। ਹਾਂਜੀ y ਇੱਕ ਅਸੀਂ ਇੱਦਾਂ ਦਾ ਐਲੀਮੈਂਟ ਲਿੱਤਾ ਹੈ ਜਿਹੜਾ ਕਿ ਰੀਅਲ ਨੰਬਰਸ ਦੇ ਵਿੱਚੋਂ ਬਿਲੋਂਗ ਕਰਦਾ ਹੈ ਅਤੇ ਰੀਅਲ ਨੰਬਰਸ ਕਿਹੜੇ ਕੋ ਡੋਮੇਨ ਵਾਲੇ ਠੀਕ ਹੈ। ਕੋ ਡੋਮੇਨ ਦੇ ਵਿੱਚੋਂ ਇੱਕ ਐਲੀਮੈਂਟ y ਅਸੀਂ ਜੋ ਹੈ ਲਿੱਤਾ ਹੈ। ਨੈਕਸਟ ਜੋ ਅਗਲਾ ਜੋ ਸਟੈਪ ਹੈ ਨਾ ਉਹਦੇ ਵਿੱਚ ਅਸੀਂ ਕੀ ਕਰਨਾ ਹੁੰਦਾ ਹੈ ਜਿਵੇਂ ਸਾਨੂੰ ਇਹ ਫੰਕਸ਼ਨ ਐਫ ਆਫ ਐਕਸ ਬਰਾਬਰ ਦੇ ਰੱਖਿਆ ਹੈ 3x ਮਾਈਨਸ 5 ਦੇ ਤਾਂ ਐਫ ਆਫ ਐਕਸ ਨੂੰ ਅਸੀਂ ਹਟਾ ਕੇ ਇੱਥੇ ਐਫ ਆਫ ਐਕਸ ਦੀ ਥਾਂ 'ਤੇ ਲਿਖਾਂਗੇ y ਅਤੇ ਬਰਾਬਰ ਕਰਾਂਗੇ 3x ਮਾਈਨਸ 5 ਦੇ। ਹਾਂਜੀ ਐਫ ਆਫ ਐਕਸ ਨੂੰ ਹਟਾ ਕੇ ਅਸੀਂ ਲਿਖਣਾ ਹੈ y ਅਤੇ ਬਰਾਬਰ ਦੇ ਵਿੱਚ ਜੋ 3x ਮਾਈਨਸ 5 ਹੈ ਉਸਨੂੰ ਐਜ਼ ਇਟ ਇਜ਼ ਲਿਖ ਦਾਂਗੇ। ਹੁਣ ਇਹਦੇ ਵਿੱਚੋਂ ਕਰਨਾ ਕੀ ਹੈ ਅਸੀਂ x ਦੀ ਵੈਲਿਊ ਜੋ ਹੈ ਉਹ ਕੱਢਣੀ ਹੈ y ਦੀ ਟਰਮਸ ਦੇ ਵਿੱਚ। ਹਾਂਜੀ ਸਿੰਪਲ ਜਿਹਾ ਹੈ ਔਖਾ ਨਹੀਂ ਹੈ। ਦੇਖੋ -5 ਜੋ ਹੈ ਉਹ y ਵਾਲੀ ਸਾਈਡ 'ਤੇ ਆ ਜਾਏਗਾ ਅਤੇ ਪਲੱਸ ਦਾ ਹੋ ਜਾਏਗਾ ਅਤੇ 3x ਜੋ ਹੈ ਇਸ ਸਾਈਡ 'ਤੇ। ਹਾਂਜੀ ਇਸ ਤੋਂ ਬਾਅਦ y ਪਲੱਸ 5 ਜਿਹੜਾ x ਦੇ ਨਾਲ 3 ਹੈ ਉਹ ਡਿਨੋਮੀਨੇਟਰ ਦੇ ਵਿੱਚ ਆ ਜਾਏਗਾ ਅਤੇ x ਦੀ ਵੈਲਿਊ y ਦੀ ਟਰਮਸ ਦੇ ਵਿੱਚ ਆਈ ਹੈ ਜੀ y ਪਲੱਸ 5 ਅਪੋਨ ਦੇ ਵਿੱਚ 3 ਠੀਕ ਹੈ। ਹਾਂਜੀ ਇਸ ਨੂੰ ਨੋਟ ਡਾਊਨ ਕਰ ਲਓ ਫਿਰ ਮੈਂ ਅੱਗੇ ਜੋ ਹੈ ਤੁਹਾਨੂੰ ਸਮਝਾਉਣਾ ਵੀ ਔਨ ਟੂ ਫੰਕਸ਼ਨ ਵਾਸਤੇ ਅਸੀਂ ਪ੍ਰੂਵ ਕੀ ਕਰਨਾ ਹੈ।
ਹਾਂਜੀ, x ਦੇਖੋ ਸਾਡਾ ਆਇਆ ਸੀ y ਪਲੱਸ 5 ਅਪੋਨ 3, ਠੀਕ ਹੈ। ਸਾਡੇ ਕੋਲ ਫੰਕਸ਼ਨ ਹੈਗਾ ਸੀ ਸਟਾਰਟਿੰਗ ਦੇ ਵਿੱਚ ਐਫ ਆਫ ਐਕਸ ਇਜ਼ ਇਕੁਅਲ ਟੂ 3x ਮਾਈਨਸ 5 ਜੋ ਹੈ ਇੱਧਰ ਗਿਆ, y ਵਾਲੀ ਸਾਈਡ ਤੇ ਪਲੱਸ ਦਾ ਹੋ ਗਿਆ, ਤੇ x ਦੇ ਨਾਲ ਜਿਹੜਾ 3 ਸੀ ਉਹ ਜੋ ਹੈ ਥੱਲੇ ਆ ਗਿਆ ਸੀ, ਠੀਕ ਹੈ। ਹਾਂਜੀ, ਹੁਣ ਦੇਖੋ ਮੈਂ ਇੱਥੇ y ਦੀ, ਦੇਖੋ y ਅਸੀਂ ਸਟਾਰਟਿੰਗ ਦੇ ਵਿੱਚ ਮਤਲਬ ਕਿਹਦੇ ਵਿੱਚੋਂ ਜੋ ਹੈ ਬਿਲੋਂਗ ਕਰਵਾਇਆ ਸੀ, ਜਾਂ ਕੋਡੋਮੇਨ ਦੇ ਵਿੱਚੋਂ ਅਸੀਂ ਜੋ ਹੈ ਇਹ ਐਲੀਮੈਂਟ ਲਿੱਤਾ ਸੀ y। ਜੇ ਤੁਹਾਨੂੰ ਯਾਦ ਹੋਏ ਲੈਟ ਕੀਤਾ ਸੀ ਅਸੀਂ ਸਟਾਰਟਿੰਗ ਦੇ ਵਿੱਚ ਕੰਸੀਡਰ ਕੀਤਾ ਸੀ ਵੀ ਜੋ y ਐਲੀਮੈਂਟ ਹੈ ਉਹ ਕੋਡੋਮੇਨ ਦੇ ਵਿੱਚੋਂ ਜੋ ਹੈ ਬਿਲੋਂਗ ਕਰਦਾ ਹੈ ਰੀਅਲ ਨੰਬਰ, ਸੌਰੀ ਜੋ ਕੋਡੋਮੇਨ ਹੈ। ਹਾਂਜੀ, ਤਾਂ ਰੀਅਲ ਨੰਬਰਸ ਦੇਖੋ ਕੀ ਹੁੰਦੇ ਨੇ, ਰੀਅਲ ਨੰਬਰਸ ਦੇ ਵਿੱਚ ਸਾਰੇ ਹੀ ਨੰਬਰਸ ਆ ਜਾਂਦੇ ਨੇ, ਚਾਹੇ ਉਹ ਜੋ ਹੈ ਡੈਸੀਮਲ ਵਾਲੇ ਨੇ, ਫ੍ਰੈਕਸ਼ਨ ਵਾਲੇ ਨੇ, ਨੈਚੁਰਲ ਨੰਬਰਸ ਨੇ, ਹੋਲ ਨੰਬਰਸ ਨੇ, ਸਾਰੇ ਨੰਬਰ ਆ ਜਾਂਦੇ ਨੇ। ਬਸ ਇੱਕ ਨੰਬਰ ਜੋ ਹੈ ਮਤਲਬ ਇੱਕ ਜੋ ਟਾਈਪ ਹੈ ਨੰਬਰਸ ਦੀ ਕੰਪਲੈਕਸ ਨੰਬਰ, ਉਹ ਜੋ ਹੈ ਰੀਅਲ ਨੰਬਰਸ ਦੇ ਵਿੱਚ ਨਹੀਂ ਹੁੰਦੇ ਹੈ, ਠੀਕ ਹੈ। ਕੰਪਲੈਕਸ ਨੰਬਰਸ ਨੂੰ ਛੱਡ ਕੇ ਆਇਓਟਾ ਵਾਲੇ ਜਿਹੜੇ ਨੰਬਰਸ ਹੁੰਦੇ ਹੈ ਉਹਨਾਂ ਨੂੰ ਛੱਡ ਕੇ ਬਾਕੀ ਜਿੰਨੇ ਵੀ ਨੰਬਰਸ ਹੁੰਦੇ ਹੈ, ਠੀਕ ਹੈ, ਉਹ ਸਾਰੇ ਰੀਅਲ ਨੰਬਰਸ ਦੀ ਕੈਟੇਗਰੀ ਦੇ ਵਿੱਚ ਆ ਜਾਂਦੇ ਹੈ। ਹੁਣ ਇੱਥੇ ਦੇਖੋ, ਜੇਕਰ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਸਮਝਾਉਣ ਵਾਸਤੇ ਇਹ ਦੱਸ ਰਿਹਾ ਹਾਂ ਵੀ y ਦੇ ਵਿੱਚ ਮੈਂ ਕੋਈ ਵੀ ਰੀਅਲ ਨੰਬਰ ਜੋ ਹੈ ਰੱਖ ਰਿਹਾ y ਦੀ ਥਾਂ ਤੇ। ਮੰਨ ਲਓ ਇੱਥੇ ਮੈਂ ਜੋ ਹੈ ਮਾਈਨਸ ਦੇ 2 ਰੱਖ ਰਿਹਾ ਹਾਂ, ਠੀਕ ਹੈ, ਤੇ y ਦੀ ਥਾਂ ਤੇ ਮੈਂ ਮਾਈਨਸ ਦੇ 2 ਰੱਖੇ ਹੈ। ਹਾਂਜੀ, ਪਲੱਸ 5 ਅਪੋਨ 3, ਇਹਦਾ ਕੀ ਮਤਲਬ ਜੋ ਹੈ ਰਿਜ਼ਲਟ ਬਣੇਗਾ 5 ਮਾਈਨਸ 2 ਇਹ 3 ਹੋ ਜਾਏਗਾ, ਥੱਲੇ ਜੋ ਹੈ ਡਿਨੋਮੀਨੇਟਰ ਦੇ ਵਿੱਚ 3 ਹੈ, 3 ਜੋ ਹੈ 3 ਨੂੰ ਕੈਂਸਲ ਕਰਕੇ 1 ਜੋ ਹੈ ਆ ਜਾਏਗਾ। ਹਾਂਜੀ, x ਦੀ ਵੈਲਿਊ ਕਿੰਨੀ ਆਈ ਹੈ ਸਾਡੇ ਕੋਲ 1 ਆਈ ਹੈ। ਹੁਣ ਇਹ ਦੱਸੋ ਵੀ ਜੋ 1 ਹੈ, ਠੀਕ ਹੈ, ਇਹ ਵੀ ਜੋ ਹੈ ਦੇਖੋ ਸਾਡਾ ਜੋ ਫੰਕਸ਼ਨ ਸੀ ਨਾ ਉਹ ਕੁਝ ਇੱਦਾਂ ਦਾ ਸੀ, ਰੀਅਲ ਨੰਬਰ ਦੀ ਡੋਮੇਨ ਹੈ ਸਾਡੇ ਕੋਲ, ਰੀਅਲ ਨੰਬਰ ਦੇ ਹੀ ਜੋ ਹੈ ਕੋਡੋਮੇਨ ਹੈ। ਤਾਂ y ਦੀ ਜੋ ਵੈਲਿਊਜ਼ ਹੈ ਉਹ ਜੋ ਹੈ ਕੋਡੋਮੇਨ ਦੇ ਵਿੱਚ ਹੈ, ਠੀਕ ਹੈ, ਤੇ ਜੋ x ਵਾਲੀ ਜੋ ਵੈਲਿਊਜ਼ ਹੈ ਉਹ ਡੋਮੇਨ ਦੀਆਂ ਹੁੰਦੀਆਂ ਹੈ, ਠੀਕ ਹੈ। ਡੋਮੇਨ ਦੇ ਵਿੱਚ ਸਾਰੀ x ਵਾਲੀ ਵੈਲਿਊਜ਼ ਆਉਂਦੀਆਂ ਨੇ, ਤੇ ਜੋ ਕੋਡੋਮੇਨ ਹੈ ਉਹਦੇ ਵਿੱਚ y ਵਾਲੀ ਵੈਲਿਊਜ਼ ਆਉਂਦੀਆਂ ਨੇ। ਹਾਂਜੀ, y ਦੀ ਅਸੀਂ ਇੱਕ ਵੈਲਿਊ ਜੋ ਹੈ ਲੈ ਕੇ ਮਤਲਬ -2 ਦਾ ਇੱਕ ਐਗਜ਼ਾਮਪਲ ਲੈ ਕੇ ਜੋ ਹੈ ਚੱਲੇ, ਠੀਕ ਹੈ। ਹਾਂਜੀ, ਉਸ ਦੀ ਸਾਨੂੰ ਜੋ ਹੈ ਮਤਲਬ ਡੋਮੇਨ ਦੇ ਵਿੱਚ ਜੋ ਇਮੇਜ ਕਹਿ ਲਈਏ, ਠੀਕ ਹੈ, ਜਾਂ ਪ੍ਰੀ ਇਮੇਜ ਕਹਿ ਲਈਏ, ਤਾਂ ਉਹ 1 ਜੋ ਹੈ ਮਿਲਦੀ ਹੈ, ਠੀਕ ਹੈ। ਇਵੇਂ ਹੀ ਤੁਸੀਂ ਕੋਈ ਵੀ ਜੋ ਹੈ y ਦੀ ਵੈਲਿਊ ਲੈ ਕੇ ਦੇਖ ਸਕਦੇ ਹੋ, ਕੋਈ ਵੀ, ਠੀਕ ਹੈ, ਚਾਹੇ ਕੋਈ ਨੈਚੁਰਲ ਨੰਬਰ ਲੈ ਲਓ y ਦੀ ਥਾਂ ਤੇ, ਚਾਹੇ ਹੋਲ ਨੰਬਰ ਲੈ ਲਓ, ਚਾਹੇ ਤੁਸੀਂ ਜੋ ਹੈ y ਦੀ ਥਾਂ ਤੇ ਕੋਈ ਡੈਸੀਮਲ ਵਾਲਾ ਨੰਬਰ ਲੈ ਲੈਣਾ, ਠੀਕ ਹੈ, ਜਾਂ ਕੋਈ ਫ੍ਰੈਕਸ਼ਨ ਵਾਲਾ ਨੰਬਰ ਲੈ ਲੈਣਾ ਰੈਸ਼ਨਲ। ਤਾਂ ਤੁਹਾਨੂੰ ਜੋ ਹੈ ਉਸ ਦੇ ਵਾਸਤੇ y ਦੀ ਉਸ ਵੈਲਿਊ ਵਾਸਤੇ ਡੋਮੇਨ ਦੇ ਵਿੱਚ ਜੋ x ਦੀ ਵੈਲਿਊਜ਼ ਨੇ, ਤਾਂ x ਦੀ ਵੈਲਿਊਜ਼ ਦੇ ਵਿੱਚ ਕੋਈ ਨਾ ਕੋਈ ਪ੍ਰੀ ਇਮੇਜ ਜ਼ਰੂਰ ਮਿਲੇਗੀ। ਜੇ ਹਾਲੇ ਵੀ ਕੁਝ ਕਨਫਿਊਜ਼ਨ ਹੈ, ਮੈਂ ਇੱਥੇ ਇੱਕ ਵਾਰੀ ਐਕਸਪਲੇਨ ਕਰ ਰਿਹਾ ਵੀ ਮੈਂ ਹੁਣੇ ਕੀ ਕਿਹਾ ਹੈ। ਜਿਵੇਂ ਅਸੀਂ y ਦੀ ਵੈਲਿਊ -2 ਜੋ ਹੈ ਲੈ ਕੇ ਚੱਲੇ ਇੱਕ ਐਗਜ਼ਾਮਪਲ ਦੇ ਤੌਰ ਤੇ, ਸਾਨੂੰ ਉਸ ਦੇ ਵਾਸਤੇ ਜੋ ਹੈ x ਦੀ ਵੈਲਿਊ ਮਿਲੀ 1, ਠੀਕ ਹੈ, ਔਰ x ਦੀ ਵੈਲਿਊ ਜੋ ਹੈ ਉਹ ਡੋਮੇਨ ਦੇ ਵਿੱਚ ਹੈ। ਤਾਂ ਜੋ ਕੋਡੋਮੇਨ ਦੇ ਵਿੱਚ y ਦੀ ਵੈਲਿਊ -2 ਹੈ, ਠੀਕ ਹੈ, ਉਸ ਦੀ ਪ੍ਰੀ ਇਮੇਜ ਜੋ ਹੈ ਡੋਮੇਨ ਦੇ ਵਿੱਚ x ਜੋ ਹੈ ਬਰਾਬਰ ਹੈ 1 ਦੇ। ਤਾਂ ਮੈਂ ਬਸ ਇਹ ਦੱਸਣਾ ਚਾਹੁੰਦਾ ਹਾਂ ਵੀ y ਦੀ ਤੁਸੀਂ ਕੋਈ ਵੀ ਵੈਲਿਊ ਲਓਗੇ ਰੀਅਲ ਨੰਬਰਸ ਦੇ ਵਿੱਚੋਂ, ਤਾਂ ਉਸ ਦੀ ਤੁਹਾਨੂੰ ਪ੍ਰੀ ਇਮੇਜ ਜੋ ਹੈ ਡੋਮੇਨ ਦੇ ਵਿੱਚ ਜੋ ਹੈ ਜ਼ਰੂਰ ਮਿਲੂਗੀ, ਠੀਕ ਹੈ। ਹਾਂਜੀ, ਹੁਣ ਅਸੀਂ ਜੋ ਹੈ ਅੱਗੇ ਚੱਲਦੇ ਹਾਂ। ਦੇਖੋ ਹਾਂਜੀ, ਇੱਥੇ ਅਸੀਂ ਇਹ ਲਿਖ ਦਿੰਦੇ ਹਾਂ ਵੀ ਜਿਵੇਂ ਐਗਜ਼ਾਮਪਲ ਦੇ ਤੌਰ ਤੇ, ਚਲੋ ਇਸ ਨੂੰ ਹੁਣ ਅਸੀਂ ਰਿਮੂਵ ਕਰ ਦਿੰਦੇ ਹਾਂ। ਬਸ ਸਮਝਾਉਣ ਤੋਂ ਭਾਵ ਇਹ ਸੀ ਵੀ x ਦੀ ਜੋ ਇਹ ਵੈਲਿਊ ਆਈ ਹੈ y + 5 ਅਪੋਨ 3, ਇਹ ਜੋ ਹੈ ਬਿਲੋਂਗ ਕਰੇਗੀ ਜੋ ਡੋਮੇਨ ਦੇ ਵਿੱਚ ਜੋ ਰੀਅਲ ਨੰਬਰਸ ਨੇ, ਠੀਕ ਹੈ, ਉਹਨਾਂ ਦੇ ਵਿੱਚੋਂ ਹੀ ਜੋ ਹੈ ਇਹ ਜੋ ਹੈ ਬਿਲੋਂਗ ਕਰੇਗੀ, ਠੀਕ ਹੈ ਜੀ। ਹਾਂਜੀ, ਹੁਣ ਦੇਖੋ y ਦੀ ਅਸੀਂ ਕੋਈ ਵੀ ਵੈਲਿਊ ਜੋ ਹੈ ਲੈ ਕੇ ਚੱਲੇ ਸੀ, ਠੀਕ ਹੈ, ਕੋਡੋਮੇਨ ਦੇ ਵਿੱਚੋਂ ਰੀਅਲ ਨੰਬਰਸ ਦੇ ਵਿੱਚੋਂ, ਤੇ ਜੋ x ਦੀ ਪ੍ਰੀ ਇਮੇਜ ਸਾਨੂੰ ਮਿਲਦੀ ਹੈ y ਦੀ ਵੈਲਿਊ ਵਾਸਤੇ, ਉਹ ਜੋ ਹੈ ਡੋਮੇਨ ਦੇ ਰੀਅਲ ਨੰਬਰਸ ਦੇ ਵਿੱਚੋਂ ਮਿਲ ਜਾਂਦੀ ਹੈ। ਹੁਣ ਅੱਗੇ ਕੀ ਕਰਨਾ ਹੈ, ਅਸੀਂ
ਜ਼ਰਾ ਧਿਆਨ ਦੇ ਨਾਲ ਸਮਝਣਾ। ਸਾਡੇ ਕੋਲ ਫੰਕਸ਼ਨ ਸੀ f(x) ਇਕੁਅਲ ਟੂ 3x ਮਾਈਨਸ 5। ਹਾਂਜੀ, ਇੱਥੇ ਅਸੀਂ x ਦੀ ਜੋ ਹੈ ਇਹ ਵਾਲੀ ਵੈਲਿਊ ਰੱਖਾਂਗੇ। y प्लस 5/3 जो है ਇਹ ਵਾਲੀ ਵੈਲਿਊ ਇੱਥੇ ਰੱਖਤੀ ਅਸੀਂ, ਠੀਕ ਹੈ। ਹਾਂਜੀ, ਹੁਣ ਹੋਏਗਾ ਕਿ ਇਹ ਵਾਲਾ 3 ਔਰ 3 ਜੋ ਹੈ ਕੈਂਸਲ ਆਊਟ ਹੋ ਜਾਏਗਾ। y प्लस 5 ਤੇ ਮਾਈਨਸ 5, ਠੀਕ ਹੈ। ਇਸ ਥਾਂ ਤੇ ਸਾਡੇ ਕੋਲ ਹੈ f(x). ਹਾਂਜੀ, ਪਲੱਸ 5 ਤੇ ਮਾਈਨਸ 5 ਜੋ ਹੈ ਇਹ ਕੈਂਸਲ ਆਊਟ ਹੋ ਜਾਣਗੇ। ਜੇ ਸਾਡੇ ਕੋਲ ਲਾਸਟ ਦੇ ਵਿੱਚ f(x) ਇਕੁਅਲ ਟੂ y ਆ ਜਾਂਦਾ ਹੈ, ਜਿਵੇਂ ਕਿ ਹੁਣ ਇੱਥੇ ਆ ਗਿਆ ਹੈ, ਠੀਕ ਹੈ। ਦੇਖੋ ਜ਼ਰਾ ਧਿਆਨ ਦੇ ਨਾਲ ਸਮਝਣਾ। f(x) ਇਕੁਅਲ ਟੂ y, ਜੇਕਰ ਸਾਨੂੰ ਇਹ ਲਾਸਟ ਦੇ ਵਿੱਚ ਮਿਲ ਜਾਂਦਾ ਹੈ, ਇਹ ਪ੍ਰੂਵ ਹੋ ਜਾਂਦਾ ਹੈ, ਤਾਂ ਇਟ ਮੀਨਸ ਕਿ ਜੋ ਸਾਡਾ ਫੰਕਸ਼ਨ ਹੈ ਉਹ ਜੋ ਹੈ ਔਨ ਟੂ ਫੰਕਸ਼ਨ ਹੈ। ਮੈਂ ਫਿਰ ਦੱਸਦਾ, ਜਿਵੇਂ 1 ਫੰਕਸ਼ਨ ਪ੍ਰੂਫ ਕਰਨ ਵਾਸਤੇ ਸਾਨੂੰ ਸਟਾਰਟਿੰਗ ਦੇ ਵਿੱਚ f(x) ਇਕੁਅਲ ਟੂ f(y) ਅਸੀਂ ਮੰਨ ਕੇ ਚੱਲਦੇ ਹਾਂ ਅਤੇ x ਇਕੁਅਲ ਟੂ y ਪ੍ਰੂਫ ਕਰ ਦਿੰਦੇ ਹਾਂ, ਠੀਕ ਹੈ। ਕਿਸੇ ਵੀ ਫੰਕਸ਼ਨ ਨੂੰ 1 ਫੰਕਸ਼ਨ ਪ੍ਰੂਫ ਕਰਨ ਵਾਸਤੇ। ਇੱਦਾਂ ਹੀ ਜੇਕਰ ਸਾਨੂੰ ਜੋ ਹੈ ਲਾਸਟ ਦੇ ਵਿੱਚ f(x) ਇਕੁਅਲ ਟੂ y ਜੋ ਹੈ ਮਿਲ ਜਾਂਦਾ ਹੈ, ਠੀਕ ਹੈ, ਤਾਂ ਉਸ ਫੰਕਸ਼ਨ ਨੂੰ ਅਸੀਂ ਔਨ ਟੂ ਫੰਕਸ਼ਨ ਕਹਿ ਸਕਦੇ ਹਾਂ। ਅਤੇ ਇਹਦੇ ਵਿੱਚ ਔਨ ਟੂ ਫੰਕਸ਼ਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਅਸੀਂ ਇੱਕ ਐਲੀਮੈਂਟ ਲੈਣਾ ਹੁੰਦਾ ਹੈ y, ਜਿਹੜਾ ਕਿ ਕੋਡੋਮੇਨ ਦੇ ਵਿੱਚੋਂ ਬਿਲੋਂਗ ਕਰਦਾ ਹੋਏ, ਠੀਕ ਹੈ। ਇੱਥੇ ਕੋਡੋਮੇਨ ਰੀਅਲ ਨੰਬਰਸ ਦੀ ਸੀ। ਅਤੇ ਫਿਰ ਉਸ ਤੋਂ ਬਾਅਦ ਅਸੀਂ ਜੋ f(x) ਇਕੁਅਲ ਟੂ 3x ਮਾਈਨਸ 5 ਸੀ, ਉਹਦੇ ਵਿੱਚ f(x) ਨੂੰ ਹਟਾ ਕੇ ਜੋ ਹੈ y ਦੇ ਇਕੁਅਲ ਰੱਖਦੇ ਹੁੰਦੇ ਹਾਂ, ਠੀਕ ਹੈ। ਅਤੇ ਉਸ ਤੋਂ x ਦੀ ਵੈਲਿਊ ਕੱਢਦੇ ਹਾਂ, ਜਿਵੇਂ ਇੱਥੇ y ਪਲੱਸ 5/3 ਆਈ ਸੀ। ਹੁਣ ਉਸ ਵੈਲਿਊ ਨੂੰ, x ਦੀ ਵੈਲਿਊ ਨੂੰ ਫੰਕਸ਼ਨ ਦੇ ਵਿੱਚ f(x) ਦੇ ਵਿੱਚ ਜੋ ਹੈ ਰੱਖ ਕੇ ਦੇਖਦੇ ਹਾਂ, ਤਾਂ ਜੇਕਰ ਅਗਰ f(x) ਇਕੁਅਲ ਟੂ y ਦੇ ਬਰਾਬਰ ਆ ਜਾਂਦਾ ਹੈ, ਇਟ ਮੀਨਸ ਵੀ ਜੋ ਫੰਕਸ਼ਨ ਹੈ ਉਹ ਜੋ ਹੈ ਔਨ ਟੂ ਹੈ, ਠੀਕ ਹੈ। ਤਾਂ ਇੱਥੇ ਅਸੀਂ ਲਿਖ ਸਕਦੇ ਹਾਂ f ਇਜ਼ ਔਨ ਟੂ। ਹਾਂਜੀ, ਇਸ ਨੂੰ ਨੋਟ ਡਾਊਨ ਕਰ ਲਓ। ਦੇਖੋ ਸਾਡਾ ਜੋ ਫੰਕਸ਼ਨ ਹੈ ਉਹ ਜੋ ਹੈ 1 ਅਤੇ ਔਨ ਟੂ, ਇਹ ਦੋਵੇਂ ਜੋ ਹੈ ਪ੍ਰੂਵ ਹੋ ਗਿਆ ਹੈ। ਤਾਂ ਜਿਹੜਾ C ਵਾਲਾ ਆਪਸ਼ਨ ਹੈ, ਹਾਂਜੀ 1 ਐਂਡ ਔਨ ਟੂ, ਇਹ ਜੋ ਹੈ ਕਰੈਕਟ ਆਪਸ਼ਨ ਜੋ ਹੈ ਹੋਏਗਾ, ਠੀਕ ਹੈ। C ਆਪਸ਼ਨ 1 ਐਂਡ ਔਨ ਟੂ ਇਜ਼ ਦਾ ਰਾਈਟ ਆਪਸ਼ਨ। ਸੈਕਿੰਡ ਕੁਐਸਚਨ ਹੈ ਜੀ, ਰਿਲੇਸ਼ਨ ਗਿਵਨ ਬਾय R ਇਜ਼ ਇਕੁਅਲ ਟੂ 1 1 2 2 1 2 2 1 ਇਜ਼, ਅਤੇ ਇਸ ਦੇ ਵਿੱਚ ਸਾਨੂੰ ਜੋ ਹੈ ਆਪਸ਼ਨਸ ਹੈ ਰਿਫਲੈਕਸਿਵ, ਸਿਮੈਟ੍ਰਿਕ, ਟ੍ਰਾਂਜ਼ਿਟਿਵ ਅਤੇ ਇਕੁਈਵੈਲੈਂਸ ਰਿਲੇਸ਼ਨ। ਦੇਖੋ ਇੱਥੇ ਇਹਨਾਂ ਨੇ ਰਿਲੇਸ਼ਨ ਤਾਂ ਡਿਫਾਈਨ ਕਰਤਾ ਹੈ, ਉਸ ਦੇ ਵਿੱਚ ਇਹਨਾਂ ਨੇ ਜੋ ਹੈ ਸਾਨੂੰ ਜੋ ਹੈ 4 ਪੇਅਰਸ ਵੀ ਜੋ ਹੈ ਦਿੱਤੇ ਹੋਏ ਹੈ ਬਣਾ ਕੇ, ਪਰ ਰਿਲੇਸ਼ਨ ਦੇ ਨਾਲ ਇਹਨਾਂ ਨੇ ਸੈੱਟ ਨਹੀਂ ਡਿਫਾਈਨ ਕੀਤਾ ਹੋਇਆ। ਇਸ ਕੁਐਸਚਨ ਦੇ ਵਿੱਚ ਇਹ ਜੋ ਕੁਐਸਚਨ ਹੈ ਇਹ ਕੰਪਲੀਟ ਨਹੀਂ ਹੈ ਜਦ ਤੱਕ ਸਾਨੂੰ ਸੈੱਟ ਦੇ ਐਲੀਮੈਂਟਸ ਪਤਾ ਹੀ ਨਹੀਂ ਹੋਣਗੇ, ਕਿਉਂਕਿ ਸੈੱਟ ਦੇ ਐਲੀਮੈਂਟਸ ਦੇ ਉੱਪਰ ਹੀ ਤਾਂ ਅਸੀਂ ਰਿਲੇਸ਼ਨ ਜੋ ਹੈ ਉਹ ਲਗਾਉਣਾ ਹੁੰਦਾ ਹੈ, ਠੀਕ ਹੈ। ਤਾਂ ਸੈੱਟ ਡਿਫਾਈਨ ਕਰਨਾ ਉਹ ਜ਼ਰੂਰੀ ਹੈ। ਤਾਂ ਜਿਵੇਂ ਹੁਣ ਇਹ ਰਿਲੇਸ਼ਨ ਹੈ, ਤਾਂ ਇਸ ਤੋਂ ਦੇਖ ਕੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਸੈੱਟ ਦੇ ਵਿੱਚ ਜੋ ਐਲੀਮੈਂਟਸ ਹੈ ਉਹ 1,2 ਹੈ। ਮੈਂ ਇੱਥੇ ਇੱਕ ਆਪਣੀ ਤਰਫੋਂ ਜੋ ਸੈੱਟ ਹੈ ਉਹ ਡਿਫਾਈਨ ਕਰ ਦਿੰਦਾ ਹਾਂ। ਹਾਂਜੀ, ਸੈੱਟ A ਹੈ, ਕੈਪੀਟਲ A, ਇਸ ਦੇ ਵਿੱਚ ਜੋ ਐਲੀਮੈਂਟਸ ਹੈ ਉਹ ਹੈ 1,2। ਹਾਂਜੀ, ਸੈੱਟ A ਹੈ, ਠੀਕ ਹੈ, ਉਸ ਦੇ ਵਿੱਚ 2 ਐਲੀਮੈਂਟਸ ਹੈ 1,2। ਹਾਂਜੀ, ਇਸ ਨੂੰ ਨੋਟ ਡਾਊਨ ਕਰਨਾ ਹੈ, ਕਰ ਲਓ। ਇਸ ਤੋਂ ਬਾਅਦ ਫਿਰ ਇਹ ਜੋ ਹੈ ਮੈਂ ਇਰੇਜ਼ ਕਰਨਾ ਹੈ। ਇਸ ਨੂੰ ਚੇਤੇ ਵੀ ਰੱਖਣਾ, ਕਿਉਂਕਿ ਅੱਗੇ ਜੋ ਹੈ ਮੈਂ ਫਿਰ ਇਹਨਾਂ 2 ਐਲੀਮੈਂਟਸ ਤੋਂ ਹੀ ਜੋ ਹੈ ਕਾਰਟੀਜ਼ੀਅਨ ਪ੍ਰੋਡਕਟ ਜੋ ਹੈ ਲਿਖਣਾ ਹੈ, ਠੀਕ ਹੈ। ਅਤੇ ਤੁਹਾਨੂੰ ਰਿਲੇਸ਼ਨ ਜੋ ਹੈ ਦੱਸਣਾ ਹੈ ਵੀ ਇਹ ਸਿਮੈਟ੍ਰਿਕ ਹੈ, ਟ੍ਰਾਂਜ਼ਿਟਿਵ ਹੈ ਜਾਂ ਰਿਫਲੈਕਸਿਵ ਹੈ, ਠੀਕ ਹੈ, ਜਾਂ ਇਕੁਈਵੈਲੈਂਸ ਹੈ। ਹਾਂਜੀ, ਸੈੱਟ A ਹੈ ਜਿਸ ਦੇ ਵਿੱਚ 2 ਹੀ ਐਲੀਮੈਂਟਸ ਨੇ 1,2। ਅੱਗੇ ਇਹਨਾਂ ਨੇ ਰਿਲੇਸ਼ਨ ਦੇ ਵਿੱਚ ਜੋ ਮਤਲਬ ਡਿਫਾਈਨ ਕੀਤਾ ਹੈ ਰਿਲੇਸ਼ਨ 1,1 ਹੈ, 2,2 ਹੈ, 1,2 ਹੈ, 2,1 ਹੈ। ਹਾਂਜੀ, A ਪਾਰਟ ਦੇ ਵਿੱਚ ਜੋ ਆਪਸ਼ਨ ਹੈ ਰਿਫਲੈਕਸਿਵ ਹੈ,
ਬੀ ਪਾਰਟ ਦੇ ਵਿੱਚ ਜੋ ਆਪਸ਼ਨ ਹੈ ਸਿਮੈਟ੍ਰਿਕ ਹੈ, ਸੀ ਪਾਰਟ ਦੇ ਵਿੱਚ ਜੋ ਆਪਸ਼ਨ ਹੈ ਉਹ ਹੈ ਟ੍ਰਾਂਜ਼ਿਟਿਵ, ਤੇ ਡੀ ਪਾਰਟ ਦੇ ਵਿੱਚ ਹੈ ਇਕੁਈਵੈਲੈਂਸ ਰਿਲੇਸ਼ਨ। ਜੇਕਰ ਇਹ ਤਿੰਨੋਂ ਹੀ ਮਤਲਬ ਜੋ ਏ ਬੀ ਸੀ ਦੇ ਵਿੱਚ ਤਿੰਨ ਆਪਸ਼ਨਸ ਦੇ ਰੱਖੇ ਨੇ, ਰਿਫਲੈਕਸਿਵ, ਸਿਮੈਟ੍ਰਿਕ ਤੇ ਟ੍ਰਾਂਜ਼ਿਟਿਵ, ਜੇਕਰ ਇਹ ਤਿੰਨੋਂ ਦੇ ਤਿੰਨੋਂ ਜੋ ਹੈ ਰਿਲੇਸ਼ਨ ਜੋ ਹੈ ਜੋ ਰਿਲੇਸ਼ਨ ਸਾਨੂੰ ਡਿਫਾਈਨ ਇਹਨਾਂ ਨੇ ਕਰਕੇ ਦੇ ਰੱਖਿਆ ਹੈ ਉਸ ਨੂੰ ਸੈਟੀਸਫਾਈ ਕਰ ਰਹੇ ਹੈ, ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਇਹ ਸੈੱਟ ਹੈ ਜਾਂ ਜਿਹੜਾ ਇਹ ਰਿਲੇਸ਼ਨ ਹੈ ਉਹ ਇਕੁਈਵੈਲੈਂਸ ਰਿਲੇਸ਼ਨ ਹੋਏਗਾ। ਠੀਕ ਹੈ, ਇਕੁਈਵੈਲੈਂਸ ਰਿਲੇਸ਼ਨ ਵਾਸਤੇ ਕਿਸੇ ਵੀ ਰਿਲੇਸ਼ਨ ਦਾ ਰਿਫਲੈਕਸਿਵ, ਸਿਮੈਟ੍ਰਿਕ ਤੇ ਟ੍ਰਾਂਜ਼ਿਟਿਵ ਹੋਣਾ ਜੋ ਹੈ ਜ਼ਰੂਰੀ ਜੋ ਹੈ ਮਤਲਬ ਚਾਹੀਦਾ ਹੈ। ਠੀਕ ਹੈ, ਹਾਂਜੀ। ਦੇਖੋ ਹੁਣ ਪਹਿਲਾਂ ਗੱਲ ਕਰਾਂਗੇ ਰਿਫਲੈਕਸਿਵ ਦੀ। ਰਿਫਲੈਕਸਿਵ ਚੈੱਕ ਕਰਨ ਵਾਸਤੇ ਸਾਨੂੰ ਜੋ ਹੈ ਕੀ ਜੋ ਹੈ ਚੈੱਕ ਕਰਨਾ ਪੈਂਦਾ ਹੈ ਉਹ ਮੈਂ ਤੁਹਾਨੂੰ ਸਮਝਾ ਦਿੰਦਾ। ਦੇਖੋ ਜਿਵੇਂ ਸੈੱਟ ਏ ਦੇ ਵਿੱਚ ਸਾਡੇ ਕੋਲ ਐਲੀਮੈਂਟਸ ਕੀ ਹੈ 1, 2 ਹੈ। ਠੀਕ ਹੈ ਜੀ। ਹੁਣ ਰੀਫਲੈਕਸਿਵ ਵਾਸਤੇ ਨਾ ਇਹ ਜੋ ਰੀਫਲੈਕਸਿਵ ਹੈ ਇਹਦੇ ਵਾਸਤੇ ਸਾਨੂੰ ਚੈੱਕ ਕੀ ਕਰਨਾ ਹੁੰਦਾ ਹੈ, ਜਿਵੇਂ ਪਹਿਲਾ ਐਲੀਮੈਂਟ ਕੀ ਹੈ 1 ਹੈ, ਤਾਂ 1 ਦੀ ਆਪਣੇ ਵਰਗੀ ਇੱਕ ਇਮੇਜ ਜੋ ਹੈ, ਠੀਕ ਹੈ, ਮਤਲਬ 1 ਵਰਗਾ ਇੱਕ ਹੋਰ ਐਲੀਮੈਂਟ ਜੋ ਹੈ ਰਿਲੇਸ਼ਨ ਦੇ ਵਿੱਚ ਹੋਣਾ ਚਾਹੀਦਾ ਹੈ। ਜਿਵੇਂ 1 ਐਲੀਮੈਂਟ ਹੈ ਸੈੱਟ ਏ ਦੇ ਵਿੱਚ, ਤਾਂ 1, 1 ਤੇ ਸੈਕਿੰਡ ਐਲੀਮੈਂਟ 2 ਹੈ ਨਾ, ਤਾਂ ਇਹਦੇ ਵਿੱਚ ਰਿਲੇਸ਼ਨ ਦੇ ਵਿੱਚ 2, 2 ਜੋ ਹੈ ਹੋਣਾ ਚਾਹੀਦਾ ਹੈ। ਮਤਲਬ ਜੋ ਵੀ ਐਲੀਮੈਂਟ ਹੈ ਨਾ ਉਹਦੇ ਵਰਗਾ ਇੱਕ ਹੋਰ ਐਲੀਮੈਂਟ, ਠੀਕ ਹੈ, ਤੇ ਉਹ ਜੋ ਹੈ ਰਿਲੇਸ਼ਨ ਦੇ ਵਿੱਚ ਹੋਣਾ ਚਾਹੀਦਾ ਹੈ। ਤਾਂ ਦੇਖੋ 1, 1 ਵੀ ਹੈ ਤੇ 2, 2 ਵੀ ਹੈ। ਇਸ ਤੋਂ ਭਾਵ ਸਾਨੂੰ ਇਹ ਪਤਾ ਚੱਲ ਗਿਆ ਵੀ ਜਿਹੜਾ ਇਹ ਰਿਲੇਸ਼ਨ ਹੈ ਉਹ ਰੀਫਲੈਕਸਿਵ ਹੈ। ਠੀਕ ਹੈ, ਤਾਂ ਰੀਫਲੈਕਸਿਵ ਵਾਸਤੇ ਬਸ ਅਸੀਂ ਇਹੀ ਚੈੱਕ ਕਰਨਾ ਹੁੰਦਾ ਹੈ ਵੀ ਸੈੱਟ ਦੇ ਵਿੱਚ ਜਿੰਨੇ ਵੀ ਐਲੀਮੈਂਟਸ ਹੈ ਨਾ ਉਹਨਾਂ ਦੇ ਵਰਗੇ ਐਲੀਮੈਂਟਸ ਜੋ ਹੈ ਇੱਕ ਇੱਕ ਹੋਰ ਜੋ ਹੈ ਉਹ ਨਾਲ ਜੋ ਹੈ ਹੋਣੇ ਚਾਹੀਦੇ ਹੈ ਰਿਲੇਸ਼ਨ ਦੇ ਵਿੱਚ। ਠੀਕ ਹੈ, ਹਾਂਜੀ। ਤਾਂ ਜੇ ਸੈੱਟ ਏ ਦੇ ਵਿੱਚ 1, 2 ਦੇ ਦੋ ਐਲੀਮੈਂਟਸ ਹੈਗੇ ਸੀ, ਤਾਂ 1 ਦਾ ਜੋ ਹੈ ਮਤਲਬ ਜੋ ਪੇਅਰ ਹੈ ਐਲੀਮੈਂਟਸ ਦਾ ਉਹ 1, 1 ਹੈ, ਤੇ 2 ਦਾ 2, 2 ਹੈ, ਔਰ ਇਹ ਦੋਵੇਂ ਹੀ ਜੋ ਹੈ ਰਿਲੇਸ਼ਨ ਆਰ ਦੇ ਵਿੱਚ ਆ ਰਹੇ ਹੈ। ਠੀਕ ਹੈ, ਹਾਂਜੀ। ਇਹਨਾਂ ਦੋਵਾਂ ਦੇ ਕਰਕੇ ਜੋ ਰਿਲੇਸ਼ਨ ਹੈ ਉਹ ਰੀਫਲੈਕਸਿਵ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵੀ ਸਿਮੈਟ੍ਰਿਕ ਵਾਸਤੇ ਕੀ ਹੋਣਾ ਚਾਹੀਦਾ ਹੈ। ਠੀਕ ਹੈ, ਸਿਮੈਟ੍ਰਿਕ ਦੀ ਕੰਡੀਸ਼ਨ ਕੀ ਹੈ। ਸਿਮੈਟ੍ਰਿਕ ਦੀ ਕੰਡੀਸ਼ਨ ਇਹ ਹੈ ਵੀ ਜਿਸ ਤਰ੍ਹਾਂ ਮੰਨ ਲਓ ਹਾਂਜੀ, ਜਿਵੇਂ ਮੰਨ ਲਓ ਵੀ ਸੈੱਟ ਦੇ ਵਿੱਚ, ਇੱਕ ਮਿੰਟ ਜ਼ਰਾ, ਹਾਂਜੀ, ਤਾਂ ਜਿਵੇਂ ਸੈੱਟ ਏ ਦੇ ਵਿੱਚ ਐਲੀਮੈਂਟਸ ਹੈਗੇ ਨੇ 1, 2, ਤਾਂ ਜੇਕਰ ਰਿਲੇਸ਼ਨ ਦੇ ਵਿੱਚ 1, 2 ਦਾ ਇੱਕ ਪੇਅਰ ਹੈ ਤੇ ਸਿਮੈਟ੍ਰਿਕ ਕੰਡੀਸ਼ਨ ਵਾਸਤੇ ਸਾਨੂੰ ਕੀ ਚਾਹੀਦਾ ਹੁੰਦਾ ਹੈ ਵੀ ਦੂਜਾ ਪੇਅਰ 2, 1 ਦਾ ਵੀ ਹੋਣਾ ਚਾਹੀਦਾ ਹੈ। ਫਿਰ ਤੋਂ ਦੇਖ ਲਓ, ਇੱਕ ਵਾਰੀ ਮੈਂ ਫਿਰ ਸਮਝਾ ਦਿੰਦਾ। ਠੀਕ ਹੈ, ਜੇਕਰ ਤੁਹਾਨੂੰ ਸਮਝ ਨਹੀਂ ਆਇਆ ਹੈ। ਸਿਮੈਟ੍ਰਿਕ ਵਾਸਤੇ ਇਹ ਚੀਜ਼ ਹੈ ਵੀ ਜੇਕਰ ਰਿਲੇਸ਼ਨ ਦੇ ਵਿੱਚ 1, 2 ਦਾ ਇੱਕ ਪੇਅਰ ਹੈ, ਠੀਕ ਹੈ, ਐਲੀਮੈਂਟਸ ਦਾ, ਤਾਂ ਸਿਮੈਟ੍ਰਿਕ ਵਾਸਤੇ ਇਹ ਜ਼ਰੂਰੀ ਹੈ ਵੀ 2, 1 ਵੀ ਜੋ ਹੈ ਰਿਲੇਸ਼ਨ ਦੇ ਵਿੱਚ ਹੋਣਾ ਚਾਹੀਦਾ ਹੈ। ਹਾਂਜੀ, ਦੇਖੋ 1, 2 ਹੈ, ਠੀਕ ਹੈ, ਤੇ 2, 1 ਵੀ ਹੈ ਨਾ, 1, 2 ਹੈ ਤਾਂ 2, 1 ਵੀ ਹੈ। ਸਿਮੈਟ੍ਰਿਕ ਨੂੰ ਨਾ ਅਸੀਂ ਇਵੇਂ ਡਿਫਾਈਨ ਕਰਦੇ ਹਾਂ ਵੀ ਜੇਕਰ A, B ਅਗਰ ਰਿਲੇਸ਼ਨ ਦੇ ਵਿੱਚ ਆ ਰਿਹਾ ਹੈ ਤਾਂ B, A ਵੀ ਜੋ ਹੈ ਉਹ ਰਿਲੇਸ਼ਨ ਦੇ ਵਿੱਚ ਆਉਣਾ ਚਾਹੀਦਾ ਹੈ। ਠੀਕ ਹੈ, ਤਾਂ ਉਹੀ ਚੀਜ਼ ਇੱਥੇ ਜੋ ਹੈ ਪ੍ਰੂਵ ਹੋ ਰਹੀ ਹੈ ਵੀ 1, 2 ਜੋ ਹੈ ਅਗਰ ਰਿਲੇਸ਼ਨ ਦੇ ਵਿੱਚ ਆ ਰਿਹਾ ਹੈ ਤਾਂ ਫਿਰ 2, 1 ਵੀ ਆ ਰਿਹਾ ਹੈ। ਹਾਂਜੀ, ਇਸ ਕਰਕੇ ਜੋ ਇਹ ਵਾਲਾ ਜੋ ਰਿਲੇਸ਼ਨ ਹੈ ਉਹ ਸਿਮੈਟ੍ਰਿਕ ਵੀ ਹੈ। ਠੀਕ ਹੈ, ਇਹਨਾਂ ਦੋਵਾਂ ਦੇ ਕਰਕੇ ਜੋ ਰਿਲੇਸ਼ਨ ਹੈ ਉਹ ਸਿਮੈਟ੍ਰਿਕ ਵੀ ਹੈ। ਹਾਂਜੀ, ਹੁਣ ਅਸੀਂ ਥਰਡ ਚੈੱਕ ਕਰਾਂਗੇ ਟ੍ਰਾਂਜ਼ਿਟਿਵ ਵਾਲਾ। ਠੀਕ ਹੈ, ਟ੍ਰਾਂਜ਼ਿਟਿਵ ਵਾਸਤੇ ਕੀ ਹੈ, ਦੇਖੋ ਮੈਂ ਨਾ ਪਹਿਲਾਂ ਤੁਹਾਨੂੰ ਦੱਸਦਾ ਵੀ ਟ੍ਰਾਂਜ਼ਿਟਿਵ ਦੀ ਕੰਡੀਸ਼ਨ ਕੀ ਹੁੰਦੀ ਹੈ। ਜ਼ਰਾ ਇੱਧਰ ਦੇਖ ਲਓ, ਇੱਕ ਮਿੰਟ। ਹਾਂਜੀ, ਟ੍ਰਾਂਜ਼ਿਟਿਵ ਦੀ ਕੰਡੀਸ਼ਨ ਹੈ ਵੀ ਜੇਕਰ A, B ਇਹ ਜੋ ਹੈ ਰਿਲੇਸ਼ਨ ਦੇ ਵਿੱਚੋਂ ਬਿਲੋਂਗ ਕਰ ਰਹੇ ਹੈ ਤੇ B, C
ਇਹ ਵੀ ਜੋ ਹੈ ਜੇਕਰ ਰਿਲੇਸ਼ਨ ਦੇ ਵਿੱਚੋਂ ਬਿਲੋਂਗ ਕਰ ਰਹੇ ਹੈ ਤਾਂ ਫਿਰ ਜੋ ਹੈ ਮਤਲਬ A, C ਵੀ ਜੋ ਹੈ ਉਹ ਰਿਲੇਸ਼ਨ ਦੇ ਵਿੱਚ ਹੋਣੇ ਚਾਹੀਦੇ ਹੈ, ਰਿਲੇਸ਼ਨ ਤੋਂ ਬਿਲੋਂਗ ਕਰਨੇ ਚਾਹੀਦੇ ਹੈ। ਠੀਕ ਹੈ, ਇਹ ਜੋ ਹੈ ਟ੍ਰਾਂਜ਼ਿਟਿਵ ਵਾਸਤੇ ਜੋ ਹੈ ਇੱਕ ਜ਼ਰੂਰੀ ਕੰਡੀਸ਼ਨ ਹੈ। ਤਾਂ ਸਾਨੂੰ ਇਹ ਵੇਖਣਾ ਹੈ ਵੀ ਜੇਕਰ A, B ਅਤੇ B, C ਇਹ ਜੋ ਹੈ ਰਿਲੇਸ਼ਨ R ਦੇ ਵਿੱਚ ਆ ਰਹੇ ਨੇ ਤਾਂ ਕੀ A, C ਜੋ ਹੈ ਉਹ ਰਿਲੇਸ਼ਨ R ਦੇ ਵਿੱਚ ਆ ਰਿਹਾ ਹੈ। ਜੇਕਰ ਆ ਜਾਂਦਾ ਹੈ ਤਾਂ ਫਿਰ ਉਹ ਜੋ ਹੈ ਰਿਲੇਸ਼ਨ ਟ੍ਰਾਂਜ਼ਿਟਿਵ ਹੋ ਜਾਊਗਾ। ਹਾਂਜੀ, ਜ਼ਰਾ ਧਿਆਨ ਦੇ ਨਾਲ ਦੇਖਣਾ, ਜੇਕਰ ਮੈਂ 1,2 ਨੂੰ ਡਿਫਾਈਨ ਕਰਦਾ A, B, ਠੀਕ ਹੈ, ਅਤੇ 2,1 ਨੂੰ ਮੈਂ ਡਿਫਾਈਨ ਕਰਦਾ B, C, ਠੀਕ ਹੈ ਜੀ। ਹਾਂਜੀ, ਅਤੇ ਹੁਣ A, C ਕੀ ਬਣਿਆ, ਇਹੀ ਬਣੇਗਾ ਨਾ 1,1। ਦੇਖੋ A, C ਕੀ ਬਣਿਆ, 1,1 ਹੀ ਬਣੇਗਾ ਨਾ। ਤਾਂ ਜੇਕਰ 1,2 ਅਤੇ 2,1 ਜੋ ਕਿ A, B ਅਤੇ B, C ਨੇ, ਤਾਂ ਉਸ ਦੇ ਨਾਲ A, C ਜਿਸ ਨੂੰ ਕਿ ਅਸੀਂ 1,1 ਵੀ ਕਹਿ ਸਕਦੇ ਹਾਂ, ਉਹ ਜੋ ਹੈ ਰਿਲੇਸ਼ਨ ਦੇ ਵਿੱਚ ਆ ਰਿਹਾ ਹੈ। ਹਾਂਜੀ, ਇਹਨਾਂ ਤਿੰਨਾਂ ਦੇ ਕਰਕੇ ਇਹ ਜੋ ਰਿਲੇਸ਼ਨ ਹੈ ਉਹ ਟ੍ਰਾਂਜ਼ਿਟਿਵ ਵੀ ਹੈ। ਠੀਕ ਹੈ ਜੀ, ਕਲੀਅਰ ਹੋ ਗਿਆ। ਹਾਂਜੀ, ਇੱਕ ਐਗਜ਼ਾਮਪਲ ਇਸੀ ਦਾ ਜੋ ਹੈ ਹੋਰ ਦੇ ਦਿੰਦਾ ਹਾਂ। ਦੇਖੋ, ਜੇ ਮੈਂ 2,1 ਨੂੰ A, B ਮੰਨਾਂ ਅਤੇ 1,2 ਨੂੰ B, C ਮੰਨਾਂ, ਠੀਕ ਹੈ। ਹਾਂਜੀ, ਤਾਂ A, B ਮੈਂ ਜੋ ਹੈ ਲਿੱਤਾ ਹੈ 2,1 ਨੂੰ ਅਤੇ B, C ਜੋ ਹੈ ਮੈਂ ਲਿੱਤਾ ਹੈ 1,2 ਨੂੰ। ਹਾਂਜੀ, ਹੁਣ ਦੇਖੋ ਜ਼ਰਾ A, C ਕੀ ਬਣੇਗਾ। ਹਾਂਜੀ, A, C ਕੀ ਬਣੇਗਾ 2,2, ਤਾਂ 2,2 ਵੀ ਜੋ ਹੈ ਰਿਲੇਸ਼ਨ R ਦੇ ਵਿੱਚ ਆ ਰਿਹਾ ਹੈ। ਤਾਂ ਇਹ ਜੋ ਹੈ ਟ੍ਰਾਂਜ਼ਿਟਿਵ ਦੇ ਤੁਹਾਡੇ ਸਾਹਮਣੇ ਜੋ ਹੈ ਮਤਲਬ ਐਗਜ਼ਾਮਪਲਸ ਹੈ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਤਾਂ ਰਿਲੇਸ਼ਨ R ਜੋ ਹੈ ਉਹ ਰੀਫਲੈਕਸਿਵ ਵੀ ਹੈ। ਹਾਂਜੀ, ਰੀਫਲੈਕਸਿਵ ਵੀ ਹੈ, ਠੀਕ ਹੈ, ਸਿਮੈਟ੍ਰਿਕ ਵੀ ਹੈ, ਟ੍ਰਾਂਜ਼ਿਟਿਵ ਵੀ ਹੈ। ਅਤੇ ਜੇਕਰ ਇਹ ਤਿੰਨੋਂ ਰਿਲੇਸ਼ਨਸ ਜੋ ਹੈ ਮਤਲਬ ਆ ਰਹੇ ਨੇ, ਠੀਕ ਹੈ, R ਦੇ ਵਿੱਚ, ਤਾਂ ਅਸੀਂ ਇਸ ਰਿਲੇਸ਼ਨ R ਨੂੰ ਜੋ ਹੈ ਇਕੁਈਵੈਲੈਂਸ ਰਿਲੇਸ਼ਨ ਕਹਿ ਸਕਦੇ ਹਾਂ। ਠੀਕ ਹੈ, ਇਕੁਈਵੈਲੈਂਸ ਰਿਲੇਸ਼ਨ। ਅਤੇ ਇੱਥੇ ਇੱਕ ਗੱਲ ਦੱਸਦਾ ਵੀ ਸੈਟ A ਜੋ ਹੈ ਅਸੀਂ ਆਪ ਡਿਫਾਈਨ ਕੀਤਾ ਹੈ 1,2 ਦਾ, ਇਹ ਜੋ ਹੈ ਮਿਸਿੰਗ ਹੈ। ਠੀਕ ਹੈ, ਇਸ ਕੁਐਸਚਨ ਦੇ ਵਿੱਚ ਇਹ ਦਿੱਤਾ ਨਹੀਂ ਹੋਇਆ ਸੀ ਸੈਟ A। ਹਾਂਜੀ, ਇਕੁਈਵੈਲੈਂਸ ਰਿਲੇਸ਼ਨ ਹੈ ਇਹ। ਨੈਕਸਟ ਹੈ ਜੀ ਕੋਸ ਇਨਵਰਸ ਕੋਸ 5π/3 ਇਜ਼ ਇਕੁਅਲ ਟੂ। ਹਾਂਜੀ, ਇਹਨਾਂ ਨੇ ਸਾਨੂੰ ਕੁਐਸਚਨ ਦਿੱਤਾ ਹੈ ਜੀ ਕੋਸ ਇਨਵਰਸ ਕੋਸ 5π/3। ਤਾਂ ਦੇਖੋ ਪਹਿਲਾਂ ਅਸੀਂ ਇਹ ਚੈੱਕ ਕਰ ਲੈਂਦੇ ਹਾਂ, ਜਿਵੇਂ ਹੁਣ ਕੋਸ ਇਨਵਰਸ ਦੀ ਜੋ ਰੇਂਜ ਹੁੰਦੀ ਹੈ ਜਾਂ ਪ੍ਰਿੰਸੀਪਲ ਵੈਲਿਊ ਬ੍ਰਾਂਚ ਹੁੰਦੀ ਹੈ ਉਹ ਹੁੰਦੀ ਹੈ 0, ਕਲੋਜ਼ਡ ਇੰਟਰਵਲ 0, ਤਾਂ ਜਿਹੜਾ ਇਹ ਐਂਗਲ ਹੈ 5π/3 ਇਹ ਜੋ ਹੈ ਇਸ ਪ੍ਰਿੰਸੀਪਲ ਵੈਲਿਊ ਬ੍ਰਾਂਚ ਜਾਂ ਰੇਂਜ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਹੈ। ਠੀਕ ਹੈ, ਤਾਂ ਹੁਣ ਚੈੱਕ ਕਰ ਲੈਂਦੇ ਹਾਂ ਵੀ ਕੀ ਇਹ 0, ਦੇ ਵਿੱਚ ਆਉਂਦਾ ਹੈ। ਪਾਈ ਕੀ ਹੁੰਦਾ ਹੈ 180 ਡਿਗਰੀ, 180 ਡਿਗਰੀ। ਹਾਂਜੀ, ਤਾਂ 5π/3 ਪਾਈ ਦੀ ਥਾਂ 'ਤੇ ਅਸੀਂ ਰੱਖਾਂਗੇ 180 ਡਿਗਰੀ। ਹਾਂਜੀ, ਅਪੋਨ ਦੇ ਵਿੱਚ 3 ਹੈ, ਡਿਵਾਈਡ ਕਰਾਂਗੇ 3 6 30 ਜਾ, ਠੀਕ ਹੈ। ਤਾਂ 60 ਡਿਗਰੀ ਦੇ ਉੱਪਰ ਜੋ ਹੈ ਇਹ 180 ਨੂੰ ਜੋ ਹੈ ਡਿਵਾਈਡ ਕਰ ਦਿੰਦਾ ਹੈ ਅਤੇ 60 ਪੰਜੇ ਜੋ ਹੈ ਇਹ ਹੋ ਗਿਆ 300, ਠੀਕ ਹੈ, 300 ਡਿਗਰੀ। ਤਾਂ 65 ਦਾ ਇਹ ਹੋ ਗਿਆ 300 ਡਿਗਰੀ। ਦੇਖੋ ਹੁਣ ਜੋ 300 ਡਿਗਰੀ ਹੈ, ਠੀਕ ਹੈ, 300 ਡਿਗਰੀ ਹੈ, ਉਹ ਜੋ ਹੈ 0, ਦੇ ਵਿੱਚ ਤਾਂ ਆ ਨਹੀਂ ਸਕਦਾ, ਕਿਉਂਕਿ 0 ਡਿਗਰੀ ਤੋਂ ਲੈ ਕੇ 180 ਡਿਗਰੀ ਦੇ ਵਿੱਚ 300 ਡਿਗਰੀ ਤਾਂ ਹੋ ਹੀ ਨਹੀਂ ਸਕਦਾ।
ਸਭ ਤੋਂ ਪਹਿਲਾਂ ਸਾਨੂੰ ਇਸ ਐਂਗਲ ਨੂੰ ਕੁਝ ਇਵੇਂ ਜੋ ਹੈ ਚੇਂਜ ਕਰਨਾ ਪਏਗਾ, ਰਿਡਿਊਸ ਕਰਨਾ ਪਏਗਾ ਵੀ ਇਹ ਜੋ ਹੈ ਜੋ ਕੋਸ ਇਨਵਰਸ ਦੀ ਜੋ ਪ੍ਰਿੰਸੀਪਲ ਵੈਲਿਊ ਬ੍ਰਾਂਚ ਹੈ ਕਲੋਜ਼ਡ ਇੰਟਰਵਲ 0, ਪਾਈ ਉਸ ਦੇ ਵਿੱਚ ਇਹ ਜੋ ਹੈ ਆ ਜਾਏ। ਠੀਕ ਹੈ, ਉਹਦੇ ਵਾਸਤੇ ਅਸੀਂ ਕੀ ਕਰਾਂਗੇ, ਦੇਖੋ ਅਸੀਂ ਜੋ ਹੈ ਇਸ ਵਾਲੇ ਰਿਲੇਸ਼ਨ ਦਾ ਯੂਜ਼ ਕਰਾਂਗੇ ਵੀ ਕੋਸ ਥੀਟਾ ਇਜ਼ ਇਕੁਅਲ ਟੂ ਕੋਸ 2 ਪਾਈ ਮਾਈਨਸ ਥੀਟਾ। just 1 minute। हाँ जी, ਇਸ ਵਾਲੀ ਆਇਡੈਂਟੀਟੀ ਜਾਂ ਇਸ ਵਾਲੇ ਰਿਲੇਸ਼ਨ ਦਾ ਜੋ ਹੈ ਅਸੀਂ ਯੂਜ਼ ਕਰਾਂਗੇ ਇਸ ਨੂੰ ਰਿਡਿਊਸ ਕਰਨ ਵਾਸਤੇ ਐਂਗਲ ਨੂੰ। ਤਾਂ ਦੇਖੋ ਹਾਂਜੀ, ਕੋਸ ਇਨਵਰਸ ਬਾਹਰ ਅਸੀਂ ਇੱਦਾਂ ਹੀ ਲਿਖਾਂਗੇ ਅਤੇ ਜਿਹੜਾ ਅੰਦਰ ਵਾਲਾ ਜਿਹੜਾ ਕੋਸ 5 ਪਾਈ/3 ਹੈ ਇਸ ਨੂੰ ਅਸੀਂ ਕੀ ਲਿਖ ਸਕਦੇ ਹਾਂ, ਜ਼ਰਾ ਧਿਆਨ ਦੇ ਨਾਲ ਦੇਖਣਾ। ਬਾਹਰ ਸਕੁਏਅਰ ਬ੍ਰੈਕਿਟ ਲੈਣੀ ਪਏਗੀ ਕਿਉਂਕਿ ਅੰਦਰ ਫਿਰ ਰਾउंड ब्रैकेट जो है यूज़ हो रही है। ਇਸ ਨੂੰ ਜ਼ਰਾ ਧਿਆਨ ਦੇ ਨਾਲ ਦੇਖੋ, ਜੇਕਰ ਮੈਂ ਇਸ ਦਾ LCM ਲੈਣਾ ਹਾਂ ਤਾਂ LCM ਤੋਂ ਬਾਅਦ ਕੀ ਆਏਗਾ, ਦੇਖੋ 3 ਆਏਗਾ। ਠੀਕ ਹੈ, ਅਤੇ ਇੱਥੇ ਹੋ ਜਾਏਗਾ 6 ਪਾਈ ਅਤੇ ਮਾਈਨਸ ਪਾਈ। ਹਾਂਜੀ, ਤਾਂ 6 ਪਾਈ ਮਾਈਨਸ ਪਾਈ ਇਹ ਜੋ ਹੈ 5 ਪਾਈ ਆਏਗਾ। ਠੀਕ ਹੈ, ਅਤੇ ਇਹੀ ਸਾਡੇ ਕੋਲ ਕੁਐਸਚਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਦੇ ਰੱਖਿਆ ਇਹਨਾਂ ਨੇ 5 ਪਾਈ/3। ਤਾਂ ਮੈਂ ਜੋ ਹੈ 5 ਪਾਈ/3 ਨੂੰ ਕੁਝ ਇਵੇਂ ਜੋ ਹੈ ਬ੍ਰੇਕ ਕੀਤਾ ਹੈ ਵੀ ਉਹ ਜੋ ਹੈ 2 ਪਾਈ ਮਾਈਨਸ ਥੀਟਾ ਦੀ ਫੋਰਮ ਦੇ ਵਿੱਚ ਆ ਜਾਏ। ਠੀਕ ਹੈ, ਤਾਂ 2 ਪਾਈ ਮਾਈਨਸ ਪਾਈ/3 ਇਹ ਐਕਚੁਅਲ ਦੇ ਵਿੱਚ ਹੈ ਤਾਂ 5 ਪਾਈ/3 ਹੀ, ਪਰ ਮੈਂ ਜੋ ਹੈ ਇੱਥੇ ਹੁਣ ਆਪਣੀ ਆਇਡੈਂਟੀਟੀ ਜੋ ਹੈ ਯੂਜ਼ ਕਰ ਸਕਦਾ ਹਾਂ ਵੀ ਕੋਸ ਥੀਟਾ ਇਜ਼ ਇਕੁਅਲ ਟੂ ਕੋਸ 2 ਪਾਈ ਮਾਈਨਸ ਥੀਟਾ। ਹਾਂਜੀ, ਹੁਣ ਇੱਥੇ ਅਸੀਂ ਆਪਣੀ ਜੋ ਆਇਡੈਂਟੀਟੀ ਹੈ ਉਸ ਦਾ ਜੋ ਹੈ ਯੂਜ਼ ਕਰਾਂਗੇ। ਤਾਂ ਦੇਖੋ ਹਾਂਜੀ, ਕੋਸ ਇੱਥੇ ਅਸੀਂ ਲਿਖਾਂਗੇ, ਦੇਖੋ ਇਹ 2 ਪਾਈ ਮਾਈਨਸ ਥੀਟਾ ਹੈ ਨਾ, ਤਾਂ ਇਸ ਨੂੰ ਅਸੀਂ ਕੋਸ ਥੀਟਾ ਲਿਖ ਸਕਦੇ ਹਾਂ। ਮੀਨਸ ਵੀ ਅਸੀਂ ਜੋ ਹੈ ਇਸ ਨੂੰ 1 ਮਿੰਟ ਜ਼ਰਾ, ਹਾਂਜੀ ਕੋਸ ਪਾਈ/3 ਜੋ ਹੈ ਲਿਖ ਸਕਦੇ ਹਾਂ। ਤਾਂ ਇਹ ਜੋ ਕੋਸ ਇਨਵਰਸ ਹੈ ਅਤੇ ਜੋ ਕੋਸ ਹੈ ਇਹ ਜੋ ਹੈ ਕੈਂਸਲ ਆਊਟ ਹੋ ਜਾਣਗੇ, ਤਾਂ ਪਾਈ/3 ਜੋ ਹੈ ਇਹ ਸਾਡਾ ਆਨਸਰ ਹੈ। ਠੀਕ ਹੈ ਜੀ, ਹਾਂਜੀ ਕੋਸ ਇਨਵਰਸ ਅਤੇ ਕੋਸ ਜੋ ਹੈ ਇਹ ਕੈਂਸਲ ਆਊਟ ਹੋ ਜਾਣਗੇ। ਮੈਂ ਫਿਰ ਇੱਕ ਵਾਰੀ ਦੱਸਦਾ, ਇੱਥੇ ਇਸ ਵਾਲੇ ਸਟੈਪ ਦੇ ਵਿੱਚ ਮੈਂ ਜੋ ਹੈ ਆਇਡੈਂਟੀਟੀ ਦਾ ਯੂਜ਼ ਕੀਤਾ ਹੈ ਵੀ ਕੋਸ ਥੀਟਾ ਇਜ਼ ਇਕੁਅਲ ਟੂ ਕੋਸ 2 ਪਾਈ ਮਾਈਨਸ ਥੀਟਾ ਦਾ। ਠੀਕ ਹੈ, ਉਸ ਦਾ ਯੂਜ਼ ਕਰਕੇ ਮੈਂ ਇੱਥੇ ਕੋਸ ਥੀਟਾ ਜੋ ਹੈ ਲਿਖਿਆ ਹੈ ਕੋਸ 2 ਪਾਈ ਮਾਈਨਸ ਪਾਈ/3 ਦੀ ਥਾਂ 'ਤੇ। ਠੀਕ ਹੈ ਜੀ, ਹਾਂਜੀ ਪਾਈ/3 ਜੋ ਹੈ ਰਾਈਟ ਆਂਸਰ ਹੈ। ਇਹ डी वाला जो है राइट आंसर है पाई/3। नेक्स्ट है जी क्वेश्चन नंबर 4। ये जो है बहुत ही मतलब ये कह सकते हैं सौखा जिहा सवाल है। ठीक है, हाँ जी, ਇਹਦੇ ਵਿੱਚ ਸਾਨੂੰ 2 ਮੈਟ੍ਰਿਸਿਸ ਦੇ ਰੱਖੀਆਂ ਨੇ ਅਤੇ ਉਹਨਾਂ ਦੇ ਵਿਚਕਾਰ ਜੋ ਇਹ ਵਾਲਾ ਜੋ ਸਾਈਨ ਹੈ ਇਸ ਨੂੰ ਬੜੇ ਧਿਆਨ ਦੇ ਨਾਲ ਦੇਖੋ, ਇਕੁਅਲ ਟੂ ਦਾ ਸਾਈਨ ਹੈ ਅਤੇ 2 ਮੈਟ੍ਰਿਸਿਸ ਦੇ ਜੋ ਕੋਰਸਪੋਂਡਿੰਗ ਐਲੀਮੈਂਟਸ ਹੈ ਉਹ ਜੋ ਹੈ ਬਰਾਬਰ ਹੋ ਜਾਂਦੇ ਹੈ ਜੇ ਉਹਨਾਂ ਦੇ ਵਿਚਕਾਰ ਇਕੁਅਲ ਟੂ ਦਾ ਸਾਈਨ ਹੋਏ। ਠੀਕ ਹੈ, ਇਹਨਾਂ ਨੇ ਕਿਹਾ ਹੈ ਵੀ ਸਾਨੂੰ ਵੀ x ਦੀ ਵੈਲਿਊ ਜੋ ਹੈ ਉਹ ਫਾਈਂਡ ਕਰੋ। ਤਾਂ ਇਹਦੇ ਵਾਸਤੇ ਕੀ ਕਰਾਂਗੇ, ਦੇਖੋ ਹਾਂਜੀ, ਜਿਵੇਂ ਇਹ 2 ਜੋ ਹੈ ਮੈਟ੍ਰਿਸਿਸ ਹੈ ਔਰ ਇਹਨਾਂ ਦੇ ਵਿਚਕਾਰ ਇਕੁਅਲ ਟੂ ਦਾ ਸਾਈਨ ਹੈ, ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਇਹ -x ਹੈ ਉਹ ਜੋ ਹੈ 8 ਦੇ ਬਰਾਬਰ ਹੈ।
ਇਕੁਅਲ ਟੂ ਦਾ ਸਾਈਨ ਹੋਣ ਤੋਂ ਭਾਵ ਇਹੀ ਹੁੰਦਾ ਵੀ ਮੈਟ੍ਰਿਸਿਸ ਦੇ ਆਪਸ ਦੇ ਵਿੱਚ ਜਿਹੜੇ ਐਲੀਮੈਂਟਸ ਹੈ ਕੋਰਸਪੋਂਡਿੰਗ ਐਲੀਮੈਂਟਸ ਹੈ ਉਹ ਇਕੁਅਲ ਹੈ। ਹਾਂਜੀ, -x ਜੋ ਹੈ ਉਹ 8 ਦੇ ਇਕੁਅਲ ਹੈ। ਤਾਂ ਇੱਥੋਂ ਦੀ ਅਸੀਂ ਲਿਖ ਸਕਦੇ ਹਾਂ ਵੀ ਜੋ -x ਹੈ ਉਹ ਇਕੁਅਲ ਟੂ 8 ਹੈ। ਠੀਕ ਹੈ, ਤੇ ਮਾइनस जो है उस तरफ चला जाएगा तो ये हो जाएगा -8। x इज इक्वल टू -8 इज द राइट आंसर। हाँ जी, देखो इत्थे -x सी, इसनों असी 8 ਦੇ इक्वल रख लिया तो x इज इक्वल टू -8 आ गया। देख लो जरा ऑप्शन ए ਦੇ ਵਿੱਚ ਇਹਨਾਂ ਨੇ +8 ਦੇ ਰੱਖਿਆ ਹੈ। ਕਿੱਧਰ ਮਤਲਬ ਜੋ ਹੈ ਤੁਸੀਂ ਜਲਦਬਾਜ਼ੀ ਦੇ ਚੱਕਰ ਦੇ ਵਿੱਚ ਇਹ +8 ਦੇ ਉੱਪਰ ਟਿਕ ਮਾਰਕ ਨਾ ਕਰ ਦੇਣਾ, ਇਹ ਕਨਫਿਊਜ਼ਨ ਵਾਸਤੇ ਦੇ ਰੱਖਿਆ ਹੁੰਦਾ ਹੈ। अपना जो साडा आंसर है वो -8 है। ठीक है, इसी के ऊपर जो है ऐसे टिक मार्क करना है। ऑप्शन डी -8 इज द राइट आंसर। -8 इज द राइट आंसर। हाँ जी, नेक्स्ट है जी, इफ ऑर्डर ऑफ मैट्रिक्स ए इज 2 मल्टीप्लाइड बाय 3 एंड ऑर्डर ऑफ मैट्रिक्स बी इज 3 मल्टीप्लाइड बाय 5 देन ऑर्डर ऑफ मैट्रिक्स बी ए इज। देखो इन्होंने ਇਹ ਨਾ ਮਤਲਬ ਇਹ ਵਾਲਾ ਕੁਐਸਚਨ ਜੋ ਲਾਸਟ ਈਅਰ ਦਾ ਸੈਂਪਲ ਪੇਪਰ ਸੀ PSEB ਨੇ 12th ਮੈਥਸ ਦਾ ਜੋ ਇਸ਼ੂ ਕੀਤਾ ਸੀ ਉਹਦੇ ਵਿੱਚ ਵੀ ਇਵੇਂ ਦਾ ਸੇਮ ਕੁਐਸਚਨ ਸੀ। ਬਸ ਫਰਕ ਕੀ ਸੀ ਉਸ 'ਚ ਦੇ ਵੀ ਇੱਥੇ ਜੋ ਹੈ ਟਰਾਂਸਪੋਜ਼ ਲੱਗਿਆ ਹੋਇਆ ਸੀ, B' ਤੇ A' B ਟਰਾਂਸਪੋਜ਼ ਤੇ A ਟਰਾਂਸਪੋਜ਼ ਨਾਲ ਜੋ ਹੈ ਲੱਗਿਆ ਹੋਇਆ ਸੀ, ਤੇ ਇੱਥੇ ਹੋਣਾ ਵੀ ਚਾਹੀਦਾ ਹੈ। ਉਹਦਾ ਰੀਜ਼ਨ ਕੀ ਹੈ ਦੇਖੋ, ਹੁਣ ਇਹਨਾਂ ਨੇ ਸਾਨੂੰ ਕਹਿ ਦਿੱਤਾ ਵੀ B ਦੇ ਨਾਲ A ਮੈਟ੍ਰਿਸਿਸ ਨੂੰ ਅਸੀਂ ਜੋ ਹੈ ਮਲਟੀਪਲਾਈ ਕਰਨਾ ਹੈ, ਤੇ ਮਲਟੀਪਲੀਕੇਸ਼ਨ ਦੀ ਕੰਡੀਸ਼ਨ ਜੋ ਹੈ ਉਹ ਜ਼ਰੂਰੀ ਮਤਲਬ ਜੋ ਹੈ ਹੋਣੀ ਚਾਹੀਦੀ ਹੈ। ਜਿਵੇਂ B ਦੇ ਨਾਲ A ਮੈਟ੍ਰਿਸਿਸ, ਜਸਟ 1 ਮਿੰਟ। हाँ जी, इन्होंने सानू जो है B ਤੇ A मैट्रिसिस ਨੂੰ ਮਲਟੀਪਲਾਈ ਕਰਨ ਵਾਸਤੇ ਕਿਹਾ ਹੈ, ਪਰ ਇੱਥੇ ਇੱਕ ਗੱਲ ਨੋਟਿਸ ਕਰੋ ਵੀ ਜੋ ਮੈਟ੍ਰਿਸਿਸ A ਹੈ ਇਹਦਾ ਜੋ ਆਰਡਰ ਹੈ ਉਹ ਹੈ 2 ਮਲਟੀਪਲਾਈਡ ਬਾय 3। ਠੀਕ ਹੈ, ਤੇ ਜੋ ਮੈਟ੍ਰਿਸਿਸ B ਹੈ ਉਸ ਦਾ ਆਰਡਰ ਹੈ 3 ਮਲਟੀਪਲਾਈਡ ਬਾय 5। ਜੇਕਰ ਅਸੀਂ B ਦੇ ਨਾਲ A ਮੈਟ੍ਰਿਸਿਸ ਨੂੰ ਮਲਟੀਪਲਾਈ ਕਰਦੇ ਹਾਂ, ਹੁਣ B ਦਾ ਆਰਡਰ ਕੀ ਹੈ ਉਹ ਹੈ 3 ਮਲਟੀਪਲਾਈਡ ਬਾय 5, ਤੇ ਜੋ A ਦਾ ਜੋ ਆਰਡਰ ਹੈ ਉਹ ਹੈ 2 ਮਲਟੀਪਲਾਈਡ ਬਾय 3। ਤਾਂ ਦੇਖੋ ਮਲਟੀਪਲੀਕੇਸ਼ਨ ਇਹਨਾਂ ਦੋਵੇਂ ਮੈਟ੍ਰਿਸਿਸ ਦੀ ਪੋਸੀਬਲ ਹੀ ਨਹੀਂ ਹੈ। ਕਿਉਂ? ਮੈਟ੍ਰਿਸਿਸ ਦੀ ਮਲਟੀਪਲੀਕੇਸ਼ਨ ਦੇ ਵਾਸਤੇ ਇੱਕ ਕੰਡੀਸ਼ਨ ਜੋ ਹੈ ਉਹ ਜ਼ਰੂਰੀ ਹੋਣੀ ਚਾਹੀਦੀ ਹੈ, ਉਹ ਹੈ ਵੀ ਜਿਹੜੀ ਪਹਿਲੇ ਵਾਲੀ ਮੈਟ੍ਰਿਸਿਸ ਹੈ ਉਸਦੇ ਨੰਬਰ ਆਫ ਕੋਲਮਸ, ਜਿਵੇਂ ਕਿ ਇੱਥੇ 5 ਹੈ,
ਇਹ ਜੋ ਹੈ ਸੈਕਿੰਡ ਵਾਲੀ ਜੋ ਮੈਟ੍ਰਿਸਿਸ ਹੈ ਉਸਦੇ ਨੰਬਰ ਆਫ ਰੋਜ਼ ਜਿਵੇਂ ਕਿ ਇੱਥੇ 2 ਹੈ ਦੇ ਇਕੁਅਲ ਹੋਣੇ ਚਾਹੀਦੇ ਹੈ ਜੇ ਅਸੀਂ ਮਲਟੀਪਲੀਕੇਸ਼ਨ ਕਰਨਾ ਹੈ ਤਾਂ, ਪਰ ਇੱਥੇ ਤਾਂ ਇਕੁਅਲ ਹੀ ਨਹੀਂ ਹੈ। ਜੋ ਮੈਟ੍ਰਿਸਿਸ B ਹੈ ਉਸਦੇ ਵਿੱਚ ਜੋ ਨੰਬਰ ਆਫ ਕੋਲਮਸ ਹੈ ਉਹ 5 ਹੈ, ਠੀਕ ਹੈ। ਤੇ ਜੋ ਮੈਟ੍ਰਿਸਿਸ A ਹੈ ਉਸਦੇ ਵਿੱਚ ਜੋ ਨੰਬਰ ਆਫ ਰੋਜ਼ ਹੈ ਉਹ ਜੋ ਹੈ 2 ਹੈ। ਇਹ ਇਕੁਅਲ ਤਾਂ ਹੈ ਹੀ ਨਹੀਂ ਹੈ, 5 ਇਜ਼ ਨੋਟ ਇਕੁਅਲ ਟੂ 2। ਤਾਂ ਜੋ B ਔਰ A ਦੀ ਆਪਸ ਦੇ ਵਿੱਚ ਮਲਟੀਪਲੀਕੇਸ਼ਨ ਹੈ ਇਹ ਪੋਸੀਬਲ ਹੀ ਨਹੀਂ ਹੈ। ਹੁਣ ਇੱਥੇ ਜੋ ਪ੍ਰਿੰਟਿੰਗ ਦੇ ਵਿੱਚ ਮਿਸਟੇਕ ਹੋਈ ਹੈ, ਦੇਖੋ ਇਹਨਾਂ ਨੇ ਜੋ ਲਾਸਟ ਈਅਰ ਦਾ ਜੋ PSCB ਦਾ 12th ਦਾ ਮੈਥਸ ਦਾ ਜੋ ਸੈਂਪਲ ਪੇਪਰ ਜੋ ਹੈ ਇਸ਼ੂ ਕੀਤਾ ਸੀ ਉਹਦੇ ਵਿੱਚ ਇੱਥੇ B ਟਰਾਂਸਪੋਜ਼ ਤੇ A ਟਰਾਂਸਪੋਜ਼ ਸੀ, ਠੀਕ ਹੈ। ਇਸ ਵਾਰੀ ਨਹੀਂ ਹੈ ਪਰ ਹੋਣਾ ਚਾਹੀਦਾ ਹੈ, ਕਿਉਂਕਿ ਅਗਰ B ਟਰਾਂਸਪੋਜ਼ ਲਵਾਂਗੇ A ਟਰਾਂਸਪੋਜ਼ ਲਵਾਂਗੇ ਤਾਂ ਫਿਰ ਜੋ ਮਲਟੀਪਲੀਕੇਸ਼ਨ ਦੀ ਜੋ ਕੰਡੀਸ਼ਨ ਹੈ ਉਹ ਸੈਟੀਸਫਾਈ ਹੋ ਜਾਂਦੀ ਹੈ। ਮੈਂ ਤੁਹਾਨੂੰ ਕਰਕੇ ਦਿਖਾਣਾ, ਦੇਖੋ ਹਾਂਜੀ ਜਿਵੇਂ ਸਪੋਜ਼ ਕਰ ਲਓ ਹਾਂਜੀ ਸਪੋਜ਼ ਕਰ ਲਓ ਕਿ ਸਾਡੇ ਕੋਲ B ਟਰਾਂਸਪੋਜ਼ ਤੇ A ਟਰਾਂਸਪੋਜ਼ ਦੀ ਮਲਟੀਪਲੀਕੇਸ਼ਨ ਵਾਸਤੇ ਸਾਨੂੰ ਕਿਹਾ ਹੈ। ਹਾਂਜੀ B ਦਾ ਆਰਡਰ ਕੀ ਹੈ ਮੈਟ੍ਰਿਸਿਸ ਦਾ 3 ਮਲਟੀਪਲਾਈਡ ਬਾਈ 5 ਹੈ। ਜਦੋਂ ਅਸੀਂ ਟਰਾਂਸਪੋਜ਼ ਲਵਾਂਗੇ ਨਾ ਇਸੀ ਮੈਟ੍ਰਿਸਿਸ B ਦਾ ਤਾਂ ਜੋ ਆਰਡਰ ਹੈ ਉਹ ਰਿਵਰਸ ਹੋ ਜਾਂਦਾ ਹੈ। ਰਿਵਰਸ ਤੋਂ ਭਾਵ ਕੀ ਹੈ ਵੀ ਜੋ ਨੰਬਰ ਆਫ ਕੋਲਮਸ ਹੈ ਉਹ ਰੋਜ਼ ਬਣ ਜਾਂਦੀਆਂ ਤੇ ਜੋ ਨੰਬਰ ਆਫ ਰੋਜ਼ ਹੈ ਉਹ ਨੰਬਰ ਆਫ ਕੋਲਮਸ ਬਣ ਜਾਂਦੀਆਂ ਹੈ, ਠੀਕ ਹੈ। ਤਾਂ B ਟਰਾਂਸਪੋਜ਼ ਦਾ ਆਰਡਰ ਕੀ ਹੋਏਗਾ 5 ਮਲਟੀਪਲਾਈਡ ਬਾਈ 3। ਹਾਂਜੀ ਇੱਦਾਂ ਹੀ ਜੋ A ਟਰਾਂਸਪੋਜ਼ ਹੈ ਉਸ ਦਾ ਆਰਡਰ ਕੀ ਬਣ ਜਾਏਗਾ, ਜੋ ਆਰਡਰ ਹੈ A ਦਾ ਉਸਨੂੰ ਚੇਂਜ ਕਰ ਦਿਓ, ਠੀਕ ਹੈ। A ਦਾ ਜੋ ਆਰਡਰ ਹੈ ਉਹ ਹੈ 2 ਮਲਟੀਪਲਾਈਡ ਬਾਈ 3, ਤਾਂ A ਟਰਾਂਸਪੋਜ਼ ਦਾ ਜੋ ਆਰਡਰ ਹੈ ਉਹ ਹੋ ਜਾਏਗਾ ਜੀ 3 ਮਲਟੀਪਲਾਈਡ ਬਾਈ 2। ਹਾਂਜੀ ਹੁਣ ਦੇਖੋ ਹੁਣ ਮਲਟੀਪਲੀਕੇਸ਼ਨ ਦੀ ਜੋ ਕੰਡੀਸ਼ਨ ਹੈ ਉਹ ਸੈਟੀਸਫਾਈ ਹੋ ਰਹੀ ਹੈ। ਜੋ ਪਹਿਲੀ ਵਾਲੀ ਜੋ ਮੈਟ੍ਰਿਸਿਸ ਹੈ, ਠੀਕ ਹੈ, ਉਸ ਦੀ ਨੰਬਰ ਆਫ ਕੋਲਮਸ ਤੇ ਜੋ ਦੂਜੀ ਵਾਲੀ ਜੋ ਮੈਟ੍ਰਿਸਿਸ ਹੈ ਉਸ ਦੀ ਨੰਬਰ ਆਫ ਰੋਜ਼ ਇਹ ਜੋ ਹੈ ਇਕੁਅਲ ਹੈ, ਠੀਕ ਹੈ। 3 ਇਜ਼ ਇਕੁਅਲ ਟੂ 3। ਤਾਂ ਇਸ ਦੇ ਵਿੱਚ ਦੇਖੋ ਇਹਨਾਂ ਦਾ ਜੋ ਆਰਡਰ ਆਏਗਾ ਨਾ ਉਸ ਦੇ ਵਿੱਚ ਕੀ ਹੁੰਦਾ ਹੈ ਵੀ ਜਿਹੜੇ ਇੰਟਰਨਲ ਵਾਲੇ ਹੁੰਦੇ ਆ ਨਾ, ਜਿਵੇਂ 1 ਮਿੰਟ ਸਰ, ਹਾਂਜੀ ਇਹ ਜਿਹੜੇ 3 ਔਰ 3 ਹੈ, ਠੀਕ ਹੈ, ਤਾਂ ਇਹ ਤਾਂ ਹਟ ਜਾਣਗੇ। ਜਿਹੜੇ ਆਊਟਰ ਵਾਲੇ ਜੋ ਵੀ ਆਰਡਰ ਦੇ ਵਿੱਚ ਹੈਗੇ ਆ 5 ਔਰ 2 ਇਹ ਜੋ ਹੈ B ਟਰਾਂਸਪੋਜ਼ A ਟਰਾਂਸਪੋਜ਼ ਦਾ ਮਲਟੀਪਲੀਕੇਸ਼ਨ ਤੋਂ ਬਾਅਦ ਆਰਡਰ ਜੋ ਹੈ ਇਹ ਆਏਗਾ, ਠੀਕ ਹੈ, 5 ਮਲਟੀਪਲਾਈਡ ਬਾਈ 2। ਤਾਂ ਸਿੰਪਲ ਜੀ ਕਹਾਣੀ ਬਸ ਇਹ ਹੈ ਵੀ ਜੋ 3 ਔਰ 3 ਹੈ ਇਸ ਨੂੰ ਹਟਾ ਕੇ 5 ਮਲਟੀਪਲਾਈਡ ਬਾਈ 2 ਜੋ ਹੈ ਇਹ ਵਾਲਾ ਆਰਡਰ ਜੋ ਹੈ, ਠੀਕ ਹੈ। ਬਸ ਇਹ ਸਮਝ ਸਕਦੇ ਹੋ ਵੀ ਜੋ ਆਊਟਰ ਵਾਲੇ ਜੋ ਐਲੀਮੈਂट्स ਹੈ ਜਿਵੇਂ 5 ਔਰ 2 ਜੋ ਹੈ ਇਹ ਬਾਹਰ ਵਾਲੇ ਹੈ ਤੇ ਜੋ 3 ਔਰ 3 ਹੈ ਇਹ ਇਨਰ ਵਾਲੇ ਜੋ ਹੈ ਆਰਡਰ ਦੇ ਐਲੀਮੈਂट्स ਹੈ, ਠੀਕ ਹੈ। ਹਾਂਜੀ ਤਾਂ 5 ਔਰ 2 ਜੋ ਹੈ ਇਹ ਬਚਣਗੇ। ਤਾਂ B ਟਰਾਂਸਪੋਜ਼ A ਟਰਾਂਸਪੋਜ਼ ਦਾ ਜੋ ਆਰਡਰ ਹੈ ਉਹ ਹੈ 5 ਮਲਟੀਪਲਾਈਡ ਬਾਈ 2। ਹਾਂਜੀ ਆਪਸ਼ਨ A ਹੈ, ਠੀਕ ਹੈ, 5 ਮਲਟੀਪਲਾਈਡ ਬਾਈ 2।